हाँ जी ਬਈ ਪਿਆਰੇ ਸਾਥੀਓ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਬਹੁਤ-ਬਹੁਤ ਵੈਲਕਮ ਆ ਜੀ ਅੱਜ ਦੀ ਕਲਾਸ ਦੇ ਵਿੱਚ। ਤੇ ਆਪਾਂ ਤੁਹਾਡੀ ਡਿਮਾਂਡ ਤੇ ਏਸ਼ੀਅਨ ਹਿਸਟਰੀ ਜਿਹੜੀ ਸੀ ਉਹਦੀ ਸ਼ੁਰੂਆਤ ਕੀਤੀ ਸੀ। ਤੇ ਇਹ ਨੋਟਸ ਜਿਹੜੇ ਨੇ ਇਹ ਸ਼ਾਰਟ ਨੋਟ ਨੇ, ਧਿਆਨ ਦੇ ਵਿੱਚ ਰੱਖੋ ਕਿ ਹੁਣ ਸਾਡੇ ਕੋਲ ਇੰਨਾ ਟਾਈਮ ਨਹੀਂ ਕਿ NCERT ਦੀਆਂ ਕਿਤਾਬਾਂ ਤੋਂ ਅਸੀਂ ਬਰੀਕੀ ਦੇ ਨਾਲ ਹਰ ਇੱਕ ਚੈਪਟਰ ਦੀ ਰੀਡਿੰਗ ਕਰ ਸਕੀਏ, ਕਿਉਂਕਿ ਉਹਦੇ ਵਿੱਚ PSET ਦੀ SST ਦੇ ਲਈ ਕੁਝ ਕੰਮ ਦੀਆਂ ਗੱਲਾਂ ਜੋ ਪੇਪਰ ਦੇ ਵਿੱਚ ਆ ਸਕਦੀਆਂ। ਇਸ ਕਰਕੇ ਤੁਹਾਡੇ ਟਾਈਮ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ NCERT ਦਾ ਇੱਕ ਨਿਚੋੜ ਕੱਢਿਆ ਗਿਆ ਵਾ। ਤੇ ਇਸ ਕਰਕੇ ਇਹ ਨੋਟਸ ਜਿਹੜੇ ਨੇ, ਇੱਕ ਤਾਂ NCERT ਪੰਜਾਬੀ ਮੀਡੀਅਮ ਦੇ ਵਿੱਚ ਬੱਚਿਆਂ ਨੂੰ ਦਿੱਤੀ ਆ ਤੇ ਨਾਲ ਹੀ ਸ਼ਾਰਟ ਨੋਟ NCERT ਦੇ ਉਹ ਵੱਖਰੇ ਦਿੱਤੇ ਆ। ਸੋ ਡਬਲ PDF ਬੱਚਿਆਂ ਨੂੰ ਮਿਲੀਆਂ ਆ। ਤਾਂ ਜਿਨ੍ਹਾਂ ਬੱਚਿਆਂ ਨੇ ਅਜੇ ਤਾਈਂ ਨੋਟਸ ਨਹੀਂ ਲਏ ਤਾਂ ਨੋਟਸ ਤੁਸੀਂ ਲੈ ਸਕਦੇ ਹੋ। ਮੇਰਾ ਨੰਬਰ ਨੋਟ ਤੁਸੀਂ ਕਰ ਸਕਦੇ ਹੋ। ਨੰਬਰ ਜੀ ਆਪਣਾ ਹੈਗਾ ਜੀ 78143 99144। 78143 ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਤੇ ਤੁਸੀਂ ਨੋਟਸ ਬਾਰੇ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ। ਬਹੁਤ ਜ਼ਿਆਦਾ ਇੰਪੋਰਟੈਂਟ ਨੋਟਸ ਨੇ, ਠੀਕ ਹੈ ਜੀ। ਤੇ ਆਪਾਂ ਰਾਜੇ ਪਹਿਲਾ ਚੈਪਟਰ ਜਿਹੜਾ ਸੀ ਕਰ ਚੁੱਕੇ ਸੀ, ਠੀਕ ਆ। ਤਾਂ ਆਪਾਂ ਅੱਜ ਅਗਲੇ ਚੈਪਟਰ ਕਰਦੇ ਆ, ਕੋਸ਼ਿਸ਼ ਕਰਦੇ ਆਪਾਂ 3 ਤੋਂ 4 ਚੈਪਟਰ ਜਿਹੜੇ ਆ ਉਹ ਅੱਜ ਕਵਰ ਕਰੀਏ, ਕਿਉਂਕਿ ਆਪਾਂ 2 ਤੋਂ 3 ਦਿਨ ਦੇ ਵਿੱਚ ਏਸ਼ੀਅਨ ਹਿਸਟਰੀ ਕਵਰ ਕਰਨੀ ਆ। ਫਿਰ ਇਸ ਤੋਂ ਬਾਅਦ ਆਪਾਂ ਮੈਡੀਵਲ ਹਿਸਟਰੀ ਕਰਾਂਗੇ, ਠੀਕ ਆ। ਤੇ ਜਿਹੜੀ NCERT ਦੀ ਪੋਲਿਟੀ ਆ ਉਹਦੀ ਆਪਾਂ ਮੈਰਾਥਨ ਲਗਾ ਕੇ ਦੁਬਾਰਾ ਫਿਰ ਉਹਦੀ ਆਪਾਂ ਰਿਵੀਜ਼ਨ ਕਰ ਲਾਂਗੇ। ਇਸ ਕਰਕੇ ਮੇਰੇ ਚੈਨਲ ਤੇ ਜੁੜੇ ਰਹਿਣ ਦਾ ਬੱਚਿਆਂ ਦਾ ਬਹੁਤ ਜ਼ਿਆਦਾ ਫਾਇਦਾ ਹੈ, ਕਿਉਂਕਿ ਕੋਈ ਬੈਚ ਲੈਣ ਦੀ ਲੋੜ ਨਹੀਂ, ਖਾਸ ਕਰਕੇ SST ਸਬਜੈਕਟ ਦੀ ਜਦੋਂ ਤੁਸੀਂ ਗੱਲ ਕਰਦੇ ਹੋ, ਠੀਕ ਆ। ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਸੈਕਿੰਡ ਚੈਪਟਰ ਤੋਂ। ਤਾਂ ਪਹਿਲਾਂ ਤਾਂ ਆਪਾਂ ਕਰ ਲਿਆ ਸੀ, ਤਾਂ ਆ ਪਿਆ ਸਾਡਾ ਸੈਕਿੰਡ ਚੈਪਟਰ ਤੇ ਆਪਾਂ ਕਰ ਲਈਏ ਇਹਦੀ ਸ਼ੁਰੂਆਤ। ਸੈਕਿੰਡ ਚੈਪਟਰ ਜੀ ਸਾਡਾ ਹੈਗਾ ਜੀ ਆਰੰਭਿਕ ਮਾਨਵ ਕੀ ਖੋਜ ਮੇਂ। ਤਾਂ ਦੇਖੋ ਜੀ ਇਹ ਕਲਾਸ PSET ਵਾਲਿਆਂ ਲਈ ਸਪੈਸ਼ਲ ਆ, CTET ਵਾਲੇ ਵੀ ਇਸ ਕਲਾਸ ਨੂੰ ਦੇਖ ਸਕਦੇ ਆ। ਦੋਨੋਂ ਪੇਪਰ ਦੇ ਲਈ ਬੈਨੀਫਿਸ਼ੀਅਲ ਆ ਕਲਾਸ। ਤਾਂ PSET ਵਾਲਿਓ ਭੱਜ ਨਾ ਜਾਇਓ, ਕਿਉਂਕਿ ਮੈਂ ਫੋਕਸ ਤੁਹਾਡਾ NCERT ਤੇ ਕਰਵਾਉਣਾ ਆ ਵੀ ਉਹਦੇ ਵਿੱਚ ਕਿਹਾ ਕੀ ਗਿਆ ਵਾ, ਪਰ ਸਮਝਾਉਣਾ ਮੈਂ ਤੁਹਾਨੂੰ ਸਾਰਾ ਪੰਜਾਬੀ ਦੇ ਵਿੱਚ ਆ। ਗੱਲ ਕਲੀਅਰ? ਦੇਖੋ ਜੀ, ਜਦੋਂ ਅਸੀਂ ਆਰੰਭਿਕ ਮਾਨਵ ਕੀ ਖੋਜ ਮੇਂ ਚੈਪਟਰ ਦੀ ਗੱਲ ਕਰਦੇ ਹਾਂ ਤਾਂ ਵੇਖੋ ਜੀ ਧਿਆਨ ਦੇ ਨਾਲ, ਕਈ ਕਹਿੰਦੇ कि अखेटिक खाद संग्रह यह इस महाद्वीप में 20 लाख वर्ष पहले रहते थे। कहते इन्हें यह नाम भोजन का इंतजाम करने की विधि के आधार पर दिया गया था। अखेटिक खाद संग्रह जिहड़ा शब्द आ ਉਹ ਸ਼ਬਦ ਉਹਨਾਂ ਲੋਕਾਂ ਲਈ ਇਸਤੇਮਾਲ ਕੀਤਾ ਜਾਂਦਾ ਵਾ ਜਿਹੜੇ ਲੋਕ ਜੰਗਲਾਂ ਦੇ ਵਿੱਚ ਰਹਿੰਦੇ ਆ, ਜਾਨਵਰਾਂ ਦਾ ਸ਼ਿਕਾਰ ਕਰਦੇ ਆ, ਮਛਲੀਆਂ ਖਾਂਦੇ ਆ, ਚਿੜੀਆਂ ਫੜਦੇ ਆ, ਹੋਰ ਫੁੱਲ ਫਲ ਵਗੈਰਾ ਤੋੜਦੇ, ਪੱਤਿਆਂ ਦੇ ਨਾਲ ਆਪਣਾ ਸਰੀਰ ਢੱਕਦੇ ਆ, ਜਾਂ ਪੱਤੀਆਂ ਤੋਂ ਹੋਰ ਕੋਈ ਪ੍ਰੋਡਕਟ ਵਗੈਰਾ ਤਿਆਰ ਕਰਦੇ ਆ, ਅੰਡੇ ਵਗੈਰਾ। ਮਤਲਬ ਪੂਰੀ ਲਾਈਫ ਹੀ ਉਹਨਾਂ ਦੀ ਜਿਹੜੀ ਡਿਪੈਂਡ ਆ ਉਹ ਜੰਗਲਾਂ ਤੇ ਡਿਪੈਂਡ ਆ। ਉਹਨਾਂ ਲੋਕਾਂ ਨੂੰ ਅਸੀਂ ਕਿਹੜੇ ਨਾਮ ਨਾਲ ਜਾਣਦੇ ਆ? ਅਖੇਟਿਕ ਖਾਦ ਸੰਗ੍ਰਹਿ ਦੇ ਨਾਮ ਨਾਲ ਜਿਹੜਾ ਵਾ ਅਸੀਂ ਜਾਣਦੇ ਆ। ਇਸ ਚੀਜ਼ ਨੂੰ ਜਿਹੜਾ ਵਾ ਤੁਸੀਂ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਇਸ ਸ਼ਬਦ ਨੂੰ ਤੁਸੀਂ ਅੰਡਰਲਾਈਨ ਕਰ ਲਿਓ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਆ ਜਾਓ। ਆਰੰਭਿਕ ਮਾਨਵ ਜਿਹੜਾ ਸੀਗਾ, ਆਖਰ ਵੈ ਇਧਰ ਉਧਰ ਕਿਉਂ ਘੂਮਤੇ ਥੇ। ਹੁਣ ਤੁਸੀਂ ਆਹ ਫੋਟੋ ਤੇ ਵੇਖ ਲਓ, ਇੱਧਰ ਉੱਧਰ ਜਾਣਾ ਪੈਂਦਾ ਸੀ, ਕਿਉਂ ਜਾਂਦੇ ਸੀ? ਵੇਖੋ ਕਹਿੰਦੇ भोजन की तलाश में इन्हें एक स्थान से दूसरे स्थान तक जाना पड़ता था, ठीक है। चारा की तलाश में मतलब हरा चारा, जिवें चारा की तलाश में ये जानवरों का शिकार करते हुए एक स्थान से दूसरे स्थान तक ये जाते सी। मतलब पशुओं वाली बिरती सी उदों तां, ठीक है। अलग अलग मौसम में फल की तलाश, पानी की तलाश में, ठीक है। ਜਿੱਥੋਂ ਫਲ ਮਿਲ ਜਾਣ ਉੱਥੇ ਚਲ ਜਾਂਦੇ ਸੀ, ਜਿੱਥੇ ਪਾਣੀ ਅਵੇਲੇਬਲ ਹੁੰਦਾ ਸੀ ਉੱਥੇ ਚਲ ਜਾਂਦੇ ਸੀ, ਠੀਕ ਆ। ਤੇ ਉਹਨਾਂ ਨੂੰ ਕੰਮ ਕਰਨ ਦੇ ਲਈ ਕਾਹਦੀ ਲੋੜ ਪੈਂਦੀ ਸੀ? ਪੱਥਰਾਂ ਤੋਂ ਹੀ ਕੋਈ ਨਾ ਕੋਈ ਤਿਆਰ ਕਰ ਲੈਂਦੇ ਸੀ, ਲੱਕੜੀਆਂ ਤੋਂ ਤੇ ਹੱਡੀਆਂ ਤੋਂ ਹੀ ਉਹ ਕੋਈ ਨਾ ਕੋਈ ਹਥਿਆਰ ਤਿਆਰ ਕਰ ਲੈਂਦੇ ਸੀ, ਜੋ ਚੀਜ਼ਾਂ ਕਿ ਬਹੁਤ ਆਸਾਨ ਆ। ਉਸ ਤੋਂ ਬਾਅਦ ਇੰਪੋਰਟੈਂਟ ਜਾਣਕਾਰੀ ਜਿਹੜੀ ਆ ਕਿ ਸਾਨੂੰ ਇਹ ਜਿਹੜੇ ਆਰੰਭਿਕ ਮਾਨਵ ਆ, ਸ਼ੁਰੂਆਤੀ ਮਨੁੱਖ ਦੇ ਬਾਰੇ ਜਾਣਕਾਰੀ ਸਾਨੂੰ ਕਿੱਥੋਂ ਮਿਲਦੀ ਆ? ਤਾਂ ਪਹਿਲੀ ਆਪਸ਼ਨ ਹੈਗੀ ਆ ਜੀ ਭੀਮ ਬੇਟਕਾ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਇਹਨੂੰ ਹਾਈਲਾਈਟ ਕਰ ਲਓ। ਮੱਧ ਪ੍ਰਦੇਸ਼ ਦੇ ਵਿੱਚ ਸਥਿਤ ਆ ਇੱਕ ਪੁਰਾ ਸਥਲ ਜਿਹੜੀਆਂ ਵਾ ਉਹ ਗੁਫਾਵਾਂ ਵਾ, ਉਹਨਾਂ ਨੂੰ ਭੀਮ ਬੇਟਕਾ ਦਾ ਨਾਮ ਦਿੱਤਾ ਗਿਆ ਵਾ।
ਇੱਥੇ ਕੋਈ ਉਹਨਾਂ ਨੂੰ ਅਵਸ਼ੇਸ਼ ਮਿਲੇ ਆ, ਕਹਿੰਦੇ ਇੱਥੇ ਲੋਕ ਰਹਿੰਦੇ ਸੀ। ਨਰਮਦਾ ਘਾਟੀ ਤੇ ਸਥਿਤ ਆ। ਜੇਕਰ ਪੁੱਛਿਆ ਜਾਵੇ ਭੀਮਬੇਟਕਾ ਕਿੱਥੇ ਸਥਿਤ ਆ, ਨਰਮਦਾ ਘਾਟੀ ਦੇ ਕੋਲ ਸਥਿਤ ਆ ਜੀ। that point is very very important। ਕੁਰਨੂਲ ਗੁਫਾ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਬਈ। ਕੁਰਨੂਲ ਦੀ ਗੁਫਾ ਆਂਧਰਾ ਪ੍ਰਦੇਸ਼ ਦੇ ਵਿੱਚ ਰਾਖ ਦੇ ਅਵਸ਼ੇਸ਼ ਮਿਲੇ। ਰਾਖ ਮਤਲਬ ਸਵਾਹ ਮਿਲੀ ਆ ਆਂਧਰਾ ਪ੍ਰਦੇਸ਼ ਤੋਂ, ਜਦੋਂ ਉਹਨਾਂ ਨੇ ਖੋਜ ਕੀਤੀ ਆ, ਲੱਭਿਆ ਕੋਈ ਨਾ ਕੋਈ, ਹਨਾ। ਤੇ ਉਹਨਾਂ ਨੇ ਕੀ ਕੀਤਾ, ਕਹਿੰਦੇ ਇਹ ਅਨੁਮਾਨ ਲਗਾਇਆ ਜਾਂਦਾ ਵੀ ਜਾਂ ਤਾਂ ਉਹ ਸਵਾਹ ਜੇਕਰ ਮਿਲੀ ਹੈ ਤਾਂ ਇਹਦਾ ਮਤਲਬ ਉਹ ਅੱਗ ਬਾਲਦੇ ਹੋਣਗੇ, ਜਾਂ ਤਾਂ ਰੌਸ਼ਨੀ ਕਰਨ ਦੇ ਵਾਸਤੇ, ਜਾਂ ਕੱਚਾ ਮਾਸ ਭੁੰਨਣ ਦੇ ਵਾਸਤੇ, ਜਾਂ ਖਤਰਨਾਕ ਜਾਨਵਰਾਂ ਨੂੰ ਦੂਰ ਭਜਾਉਣ ਵਾਸਤੇ। ਕਿਉਂਕਿ ਜਦੋਂ ਰੌਸ਼ਨੀ ਦੀ ਗੱਲ ਲਾਓ ਤਾਂ ਰਾਤ ਦੇ ਹਨੇਰੇ ਵਿੱਚ ਜਿਵੇਂ ਵੱਡੇ ਵੱਡੇ ਸ਼ੇਰ ਵਗੈਰਾ ਇਹੋ ਜਿਹੇ ਜਾਨਵਰ ਡਰਦੇ ਹੁੰਦੇ ਸੀ, ਠੀਕ ਹੈ, ਚਾਨਣ ਤੋਂ। ਤੇ ਇਹਨਾਂ ਚੀਜ਼ਾਂ ਦਾ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਤਾਂ ਕਰਕੇ ਉਹਨਾਂ ਨੇ ਅੱਗ ਦਾ ਇਸਤੇਮਾਲ ਕੀਤਾ। ਉਹ ਤੇ ਸਵਾਹ ਮਿਲੀ ਉੱਥੋਂ। ਉਹ ਕਿੱਥੋਂ ਮਿਲੀ ਆ? ਕੁਰਨੂਲ ਦੀ ਗੁਫਾ ਤੋਂ। ਹੁਣ ਤੁਹਾਨੂੰ ਕੀ ਪੁੱਛਿਆ ਜਾਊਗਾ, ਰਾਖ ਜਾਂ ਸਵਾਹ ਦੇ ਅਵਸ਼ੇਸ਼ ਸਾਨੂੰ ਕਿੱਥੋਂ ਮਿਲੇ ਆ? ਆਂਧਰਾ ਪ੍ਰਦੇਸ਼ ਕੁਰਨੂਲ ਦੀ ਗੁਫਾ ਤੋਂ ਮਿਲੇ ਆ। ਇਹਨੂੰ ਯਾਦ ਰੱਖ ਲਿਓ, ਠੀਕ ਹੈ। ਆਪਾਂ ਥੋੜਾ ਜਿਹਾ ਫਾਸਟ ਚੱਲਣਾ ਵਾ ਕਿਉਂਕਿ ਮੇਰੀ ਕੋਸ਼ਿਸ਼ ਆਪੀ ਆਪਾਂ 3 ਤੋਂ 4 ਚੈਪਟਰ ਕਵਰ ਕਰਨੇ। ਜਿਹੜੀਆਂ ਚੀਜ਼ਾਂ ਆਸਾਨ ਆ ਮੈਂ ਫਟਾਫਟ ਬੋਲਦੀ ਜਾਣਾ, ਸੁਣਦੇ जाओ, कंसंट्रेट ਇੱਥੇ करो, ठीक है। पूरा स्थल उस स्थान को कहते हैं जहां औजार, बर्तन और इमारतों जैसी वस्तुओं के अवशेष मिलते हैं। ऐसी वस्तुओं का निर्माण लोगों ने अपने काम के लिए किया था और बाद में वह उन्हें वहीं छोड़ गए, या जमीन के ऊपर, अंदर, कभी कभी समुद्र, नदी तल पे पाए जा सकते हैं, ठीक है। मतलब ਜਿਹੜੀ ਔਜ਼ਾਰ ਬਣਾਉਂਦੇ ਸੀ ਨਾ, ਮਤਲਬ ਔਜ਼ਾਰ ਲੱਕੜੀ ਤੋਂ ਕਹਿ ਲਓ ਜਾਂ ਕਿਸੇ ਹੋਰ ਚੀਜ਼ ਤੋਂ ਕਹਿ ਲਓ, ਬਰਤਨ ਬਣਾਉਂਦੇ ਸੀ, ਇਮਾਰਤਾਂ, ਵਸਤੂਆਂ, ਇਹਨਾਂ ਦੇ ਅਵਸ਼ੇਸ਼ ਜਿੱਥੋਂ ਮਿਲਦੇ ਆ ਨਾ ਸਾਡੇ ਇਤਿਹਾਸਕਾਰਾਂ ਨੂੰ, ਉਸ ਸਥਾਨ ਨੂੰ ਪੁਰਾ ਸਥਲ ਕਹਿ ਦਿੰਦੇ ਆ, ਠੀਕ ਹੈ। ਹੁਣ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਵੀ ਪੁਰਾ ਸਥਲ ਕਿਹਨੂੰ ਕਹਿੰਦੇ ਆ? ਜਿੱਥੋਂ ਸਾਨੂੰ ਆਰੰਭਿਕ ਮਾਨਵ ਨੇ ਬਣਾਏ, ਔਜ਼ਾਰ ਬਣਾਏ, ਉੱਥੇ ਉਹਨੇ ਬਰਤਨ ਬਣਾਏ, ਇਮਾਰਤਾਂ, ਵਸਤੂਆਂ ਬਣਾਈਆਂ, ਉਹਦੇ ਅਵਸ਼ੇਸ਼ ਜਿਸ ਥਾਂ ਤੋਂ ਮਿਲਣ ਉਹਨੂੰ ਅਸੀਂ ਪੁਰਾ ਸਥਲ ਕਹਿ ਦਿੰਦੇ ਆ। ਤੇ ਉਹਨਾਂ ਨੇ ਆਪਣੇ ਕੰਮਾਂ ਧੰਦਿਆਂ ਵਾਸਤੇ ਇਹਨਾਂ ਦਾ ਇਸਤੇਮਾਲ ਕੀਤਾ ਹੋਊਗਾ ਤੇ ਬਾਅਦ ਵਿੱਚ ਉਹ ਉੱਥੇ ਹੀ ਉਹਨਾਂ ਨੂੰ ਛੱਡ ਗਏ ਤੇ ਸਾਨੂੰ ਅਵਸ਼ੇਸ਼ ਮਿਲੇ, ਠੀਕ ਹੈ ਜੀ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਤੇ ਉਸ ਤੋਂ ਬਾਅਦ ਤੁਸੀਂ ਆ ਜਾਓ ਅਗਲੇ ਨੈਕਸਟ ਪੇਜ ਤੇ। ਭਾਰਤ ਮੇਂ ਸ਼ਤਰਮੁਰਗ ਬਹੁਤ ਜ਼ਿਆਦਾ ਇੰਪੋਰਟੈਂਟ ਬਈ। ਵੇਖੋ ਬਈ ਧਿਆਨ ਨਾਲ, ਸ਼ਤਰਮੁਰਗ ਜਿਹੜਾ ਵਾ, ਭਾਰਤ ਮੇਂ ਪੂਰਾ ਪਛਾਣ ਦਾ ਮਤਲਬ ਪਤਾ ਕੀ ਆ? ਇਹ ਕੱਲ ਹੀ ਮੈਨੂੰ ਇੱਕ WhatsApp ਤੇ ਲੜਕੀ ਦਾ ਮੈਸੇਜ ਆਇਆ ਸੀ ਕਿ ਦੀਦੀ ਤੁਸੀਂ NCERT ਤੋਂ ਸਾਨੂੰ ਸਿੱਧਾ ਕਰਵਾ ਤਾਂ ਰਹੇ ਹੋ, ਪਰ ਸਾਨੂੰ ਕੁਝ ਸ਼ਬਦਾਂ ਦਾ ਪਤਾ ਨਹੀਂ ਲੱਗਦਾ, ਹਿੰਦੀ ਦੇ ਕੁਝ ਸ਼ਬਦਾਂ ਦਾ। ਰਾਜੇ ਜੇ ਤੇ ਤੁਸੀਂ ਮੇਰੀਆਂ ਕਲਾਸਾਂ ਨੂੰ ਇਗਨੋਰ ਕਰਦੇ ਜੇ ਤਾਂ ਉਹਨਾਂ ਬੱਚਿਆਂ ਨੂੰ ਸਮਝ ਨਹੀਂ ਆਉਣਾ, ਪਰ ਜਿਹੜੇ ਬੱਚੇ ਇੱਥੇ ਕੰਸੈਂਟਰੇਟ ਕਰਦੇ, ਕਿਉਂਕਿ ਸਮਝਾ ਤੇ ਰਾਜੇ ਮੈਂ ਸਾਰਾ ਪੰਜਾਬੀ 'ਚ ਰਹੀ ਹਾਂ। ਕਿਹੜੀ ਏਦਾਂ ਦੀ ਚੀਜ਼ ਆ ਪੂਰਾ ਪਛਾਣ ਦਾ? ਮੈਂ ਤੁਹਾਨੂੰ ਦੱਸਦੀ ਹਾਂ, ਲੈ ਕਿੱਡੀ ਕੁ ਗੱਲ ਆ। ਪੂਰਾ ਪਛਾਣ ਦਾ ਮਤਲਬ ਆ ਪੁਰਾਤਨ ਪੱਥਰ ਯੁੱਗ। ਪੁਰਾਤਨ, ਪਛਾਣ ਮਤਲਬ ਪੱਥਰ, ਪੂਰਾ ਦਾ ਮਤਲਬ ਕੀ ਆ? ਪੁਰਾਣਾ, ਪਛਾਣ ਦਾ ਮਤਲਬ ਕੀ ਆ? ਪੱਥਰ। ਪੁਰਾਤਨ ਪੱਥਰ ਯੁੱਗ ਕਿਹਨੂੰ ਕਹਿ ਦਿੰਦੇ ਹਿੰਦੀ ਦੇ ਵਿੱਚ? ਪੂਰਾ ਪਛਾਣ ਨੂੰ ਕਹਿ ਦਿੰਦੇ ਆ। ਕਹਿੰਦੇ ਭਾਰਤ ਮੇਂ ਪੂਰਾ ਪਛਾਣ ਯੁੱਗ ਕੇ ਦੌਰਾਨ ਸ਼ਤਰਮੁਰਗ ਹੋਤੇ ਥੇ। ਜਾਨਵਰ ਆ ਦੇਖ ਸਕਦੇ ਤੁਸੀਂ ਫੋਟੋ ਤੇ, ਏਦਾਂ ਦੇ ਜਾਨਵਰ ਹੁੰਦੇ ਸੀ ਪੂਰਾ ਪਛਾਣ ਕਾਲ ਦੇ ਵਿੱਚ, ਠੀਕ ਆ। कहते महाराष्ट्र के पटने पुरास्थल में शतरमुर्ग के अंडों के अवशेष मिले आ। महाराष्ट्र दे विच पटने विच हजूर साहब जाने आ ना, वो वाला एरिया, ठीक है। इत्थे जिहड़ा वा सानू शतरमुर्ग दे अंडियां दे अवशेष मिले साडे इतिहासकारां नू। कहंदे इनके कुछ शिल्कों पर चित्रांकन भी मिलता है, मतलब शिल्कियां ते कुछ ना कुछ चित्र बने हुए मिलते हैं। कहंदे इन अंडों से मनके भी बनाए जाते थे। मोस्ट इंपॉर्टेंट आ, ਇਹਨਾਂ ਅੰਡਿਆਂ ਤੋਂ ਕਹਿੰਦੇ ਮਣਕੇ ਵੀ ਬਣਾਏ ਜਾਂਦੇ ਸੀ। ਤੇ ਕਹਿੰਦੇ 12,000 ਸਾਲ ਪਹਿਲਾਂ ਜਲਵਾਯੂ ਵਿੱਚ ਬਹੁਤ ਵੱਡਾ ਬਦਲਾਅ ਕਹਿੰਦੇ ਆਇਆ ਤੇ ਇਹਦੇ ਫਲਸਰੂਪ ਕੀ ਹੋਇਆ ਵੀ ਜਿਹੜੇ ਲਾਗੇ ਵਾਲੇ ਮੈਦਾਨ ਸੀ ਉੱਥੋਂ ਹਿਰਨ ਹੋ ਗਿਆ, ਬਾਰਾਸਿੰਗਾ, ਭੇਡ, ਬੱਕਰੀ, ਗਾਂ, ਆਹ ਵਾਲੇ ਜਾਨਵਰ ਜਿਹੜੇ ਸੀ ਇਹਨਾਂ ਦੀ ਬੜੋਤਰੀ ਹੋਈ ਤੇ ਮੱਛੀਆਂ ਜਿਹੜੀਆਂ ਸੀ ਉਹ ਮਹੱਤਵਪੂਰਨ ਸਰੋਤ ਜਿਹੜਾ ਇਹਨਾਂ ਦੀਆਂ ਬਣੀਆਂ। ਕਿਉਂਕਿ ਜਲਵਾਯੂ ਵਿੱਚ ਬਦਲਾਅ ਕੀ ਆਇਆ? ਜੰਗਲ ਹੌਲੀ ਹੌਲੀ ਮੈਦਾਨਾਂ ਦਾ ਏਰੀਆ ਬਣ ਗਏ। ਕਿਉਂਕਿ ਜਦੋਂ ਅਸੀਂ ਹਿਰਨ, ਬਾਰਾਸਿੰਗਾ, ਭੇਡ, ਬੱਕਰੀ, ਗਾਂ ਇਹੋ ਜਿਹੇ ਜਾਨਵਰਾਂ ਦੀ ਗੱਲ ਕਰਦੇ ਆ ਤੇ ਜ਼ਿਆਦਾ ਸੰਘਣੇ ਜੰਗਲਾਂ ਦੇ ਵਿੱਚ ਇਹਨਾਂ ਦਾ ਸਰਵਾਈਵ ਕਰਨਾ ਔਖਾ
ਕਿਉਂ? ਕਿਉਂਕਿ ਇਹਨਾਂ ਨੂੰ ਵੱਡੇ ਜਾਨਵਰ ਖਾ ਜਾਣਗੇ, ਸ਼ੇਰ ਵਗੈਰਾ, ਉਹ ਤਾਂ ਬੱਕਰੀ ਨੂੰ 2 ਮਿੰਟ ਲਾਊ ਖਾਣ ਲੱਗੇ, ਗਾਂ ਨੂੰ, ਠੀਕ ਆ। ਤਾਂ ਇਹੋ ਜਿਹੇ ਜਾਨਵਰਾਂ ਦਾ ਹਰੇ ਭਰੇ ਜੰਗਲਾਂ ਦੇ ਵਿੱਚ ਸਰਵਾਈਵ ਕਰਨਾ ਔਖਾ ਸੀ। ਕਹਿੰਦੇ ਜਦੋਂ 12,000 ਸਾਲ ਪਹਿਲਾਂ ਤਬਦੀਲੀ ਆਈ, ਹੌਲੀ ਹੌਲੀ ਮੈਦਾਨੀ ਏਰੀਆ ਬਣਨ ਲੱਗ ਗਿਆ, ਤਾਂ ਇਹੋ ਜਿਹੇ ਜਾਨਵਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ, ਠੀਕ ਆ। ਤੇ ਮੱਛੀਆਂ ਦੇ ਵਿੱਚ ਵੀ ਵਾਧਾ ਹੋਇਆ, ਠੀਕ ਆ। ਪਾਣੀ ਦੇ ਸੋਰਸ ਜਿਹੜੇ ਜ਼ਿਆਦਾ ਵੱਧਦੇ ਗਏ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਉਸ ਤੋਂ ਬਾਅਦ ਤੁਸੀਂ ਆ ਜਾਓ, ਕਹਿੰਦੇ ਆਰੰਭਿਕ ਪਸ਼ੂ ਪਾਲਕ ਵੈ ਕ੍ਰਿਸ਼ਕ ਕੇ ਸ਼ਾਸ਼ ਦਾ ਮਤਲਬ ਹੁੰਦਾ ਵਾ ਸਰੋਤ। ਮੈਂ ਇੱਕ ਇੱਕ ਚੀਜ਼ ਪੰਜਾਬੀ ਦੇ ਵਿੱਚ ਦੱਸ ਰਹੀ ਹਾਂ। ਮੈਨੂੰ ਕੋਈ ਵੀ ਬੱਚਾ ਪਰਸਨਲੀ WhatsApp ਤੇ ਮੈਸੇਜ ਕਰਕੇ ਤੰਗ ਨਾ ਕਰਿਆ ਕਰੇ, ਦੀਦੀ ਆਹ ਕਰਾ ਦਿਓ, ਦੀਦੀ ਆਹ ਕਰਾ ਦਿਓ। ਤੁਸੀਂ ਤਾਂ ਮੈਨੂੰ ਇਕੱਲੀ ਨੂੰ ਮੈਸੇਜ ਕਰਦੇ, ਤੁਹਾਨੂੰ ਐਂ ਲੱਗਦਾ ਦੀਦੀ ਨੂੰ ਪੁੱਛ ਲਈਏ, ਪਰ ਤੁਸੀਂ ਇਕੱਲੇ ਨਹੀਂ, ਮੈਨੂੰ ਮੈਸੇਜ ਕਰਨ ਵਾਲੇ ਕਈ ਆ। ਤਾਂ ਤੁਸੀਂ ਮੈਨੂੰ ਥੋੜਾ ਘੱਟ ਪਰੇਸ਼ਾਨ ਕਰਿਆ ਕਰੋ। ਕੋਈ ਮੈਂ ਮਤਲਬ ਕੀ ਕਵਾਂ ਯਾਰ, ਮੈਂ ਹਰ ਇੱਕ ਚੀਜ਼ ਵਿਦਆਊਟ ਐਨੀ ਫੀਸ ਥਿਊਰੀ YouTube ਤੇ ਕਰਵਾ ਰਹੀ ਹਾਂ, ਸਾਰਾ ਮੈਂ ਪੰਜਾਬੀ 'ਚ ਐਕਸਪਲੇਨ ਕਰ ਰਹੀ ਹਾਂ। ਫਿਰ ਵੀ ਤੁਸੀਂ ਬਾਰ-ਬਾਰ ਤੁਹਾਡੇ ਮੈਸੇਜ ਇਹ ਹੁੰਦੇ ਆ, ਦੀਦੀ NCERT ਸਾਨੂੰ ਸਮਝ ਨਹੀਂ ਆਉਂਦੀ। ਜੇ ਤੁਹਾਨੂੰ ਨਹੀਂ ਨਾ ਸਮਝ ਆਉਂਦੀ ਤਾਂ ਮੇਰੇ ਪੰਜਾਬੀ ਦੇ NCERT ਦੇ ਨੋਟਸ ਲੈ ਲਓ, ਪੇਡ ਮਿਲ ਜਾਣਗੇ ਤੁਹਾਨੂੰ ਮੇਰੀ ਐਪ 'ਤੇ। 1500 ਰੁਪਈਆ ਲਾ ਲਓ ਤਾਂ ਲੈ ਲਓ, ਠੀਕ ਹੈ। ਤੇ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਨਾ ਕਰਿਆ ਕਰੋ, ਸਿਆਣੇ ਹੋ ਤੁਸੀਂ ਵੀ, ਟੀਚਰ ਬਣਨ ਜਾ ਰਹੇ ਹੋ, ਬਹੁਤ ਜ਼ਿਆਦਾ ਇੰਨੇ ਲੰਬੇ ਮੈਸੇਜ, ਠੀਕ ਆ, ਇੱਦਾਂ ਨਾ ਕਰਿਆ ਕਰੋ। ਆ ਜਾਓ ਬਈ, ਬੁਰਜ ਹੋਮ ਕਸ਼ਮੀਰ ਤੋਂ ਜਿਹੜੇ ਆ ਵੀ ਸਾਨੂੰ ਪਸ਼ੂ ਪਾਲਣ ਤੇ ਖੇਤੀਬਾੜੀ ਦੇ ਅਵਸ਼ੇਸ਼ ਮਿਲੇ ਆ। ਮੇਹਰਗੜ੍ਹ ਪਾਕਿਸਤਾਨ ਤੋਂ, ਚਿਰਾਂਦ ਦੇ ਬਿਹਾਰ ਤੋਂ, ਤੇ ਕੋਲਡਹੀਵਾ ਮੱਧ ਪ੍ਰਦੇਸ਼ ਤੋਂ ਵੀ ਸਾਨੂੰ ਪਸ਼ੂ ਪਾਲਣ ਤੇ ਖੇਤੀਬਾੜੀ ਕਰਨ ਦੇ ਅਵਸ਼ੇਸ਼ ਮਿਲੇ ਆ। ਦਇਓਜਲੀ ਅਸਮ ਮਤਲਬ ਅਸਾਮ, ਇਹ ਥਾਵਾਂ ਯਾਦ ਰੱਖ ਲਿਓ, ਕਿਉਂਕਿ ਜੇਕਰ ਤੁਹਾਨੂੰ ਪੁੱਛਿਆ ਜਾਵੇ ਵੀ ਪਸ਼ੂ ਪਾਲਣ ਤੇ ਖੇਤੀਬਾੜੀ ਦੇ ਸਰੋਤ ਜਾਂ ਅਵਸ਼ੇਸ਼ ਸਾਨੂੰ ਕਿੱਥੋਂ ਮਿਲੇ ਆ, ਤਾਂ ਉਹਦੇ ਵਿੱਚ ਉਹ 3 ਆਪਸ਼ਨਾਂ ਸਹੀ ਦੇ ਕੇ 1 ਗਲਤ ਪਾ ਸਕਦੇ ਆ, ਜਾਂ 1 ਆਪਸ਼ਨ ਸਹੀ ਦੇ ਕੇ 3 ਗਲਤ ਪਾ ਸਕਦੇ ਆ। ਸੋ ਯਾਦ ਰੱਖਣਾ, ਕਸ਼ਮੀਰ ਦਾ ਬੁਰਜ ਹੋਮ, ਮੇਹਰਗੜ੍ਹ ਪਾਕਿਸਤਾਨ, ਚਿਰਾਂਦ ਦਾ ਬਿਹਾਰ, ਕੋਲਡਹੀਵਾ ਦਾ ਮੱਧ ਪ੍ਰਦੇਸ਼ ਤੇ ਦਇਓਂਜਲੀ ਦਾ ਅਸਮ। ਸੋ ਇਹ 5 ਨਾਮ ਤੁਸੀਂ ਨਹੀਂ ਭੁੱਲਣੇ, ਠੀਕ ਆ। ਉਸ ਤੋਂ ਬਾਅਦ ਅੱਗੇ ਆ ਜਾਓ, ਇੱਥੇ ਤੁਹਾਨੂੰ ਮੈਂ ਬਹੁਤ ਅੱਜ ਇੱਕ ਟ੍ਰਿਕ ਦੇ ਨਾਲ ਚੀਜ਼ ਦੱਸਣ ਵਾਲੀ ਆ। ਪਤਾ ਹੁੰਦਾ ਕੀ ਆ ਅਸਲ ਦੇ ਵਿੱਚ, ਜੇ ਆਪਾਂ ਨੂੰ ਕੱਲਾ ਕਣਕ ਦਾ ਪੁੱਛਿਆ ਵੀ ਕਣਕ ਦੇ ਅਵਸ਼ੇਸ਼ ਕਿੱਥੋਂ ਮਿਲੇ, ਕੱਲੇ ਆਪਾਂ ਯਾਦ ਰੱਖ ਲਾਂਗੇ। ਜੇ ਆਪਾਂ ਨੂੰ ਪੁੱਛ ਲਿਆ ਜੌਂ ਦੇ ਕਿੱਥੋਂ ਮਿਲੇ, ਆਪਾਂ ਯਾਦ ਰੱਖ ਲਾਂਗੇ। ਪਰ ਇੱਥੇ ਵੇਖੋ, ਬਾਰ-ਬਾਰ ਗੇਹੂੰ ਰਿਪੀਟ ਹੋ ਰਿਹਾ, ਬਾਰ-ਬਾਰ ਭੇਡ ਬੱਕਰੀ ਰਿਪੀਟ ਹੋ ਰਿਹਾ। ਇੱਕ ਵਾਰੀ ਤੁਸੀਂ ਇੱਥੇ ਆਓ, ਮੈਂ ਦੱਸਦੀ ਤੁਹਾਨੂੰ ਕਿਵੇਂ ਯਾਦ ਰੱਖਣਾ। ਵੇਖੋ ਜੀ, ਗੇਹੂੰ, ਜੌਂ, ਭੇਡ ਬੱਕਰੀ, ਮਵੇਸ਼ੀ, ਠੀਕ ਆ। ਕਣਕ, ਜੌਂ, ਭੇਡ ਬੱਕਰੀ ਤੇ ਮਵੇਸ਼ੀ ਦੇ ਅਵਸ਼ੇਸ਼ ਸਾਨੂੰ ਕਿੱਥੋਂ ਮਿਲੇ ਆ? ਮੇਹਰਗੜ੍ਹ ਪਾਕਿਸਤਾਨ ਤੋਂ ਮਿਲੇ ਆ, ਠੀਕ ਆ। ਇਹ ਤਾਂ ਇੱਕ ਮੂੰਹ ਤੇ ਚੜਿਆ ਹੋਇਆ ਨਾਮ ਆ, ਗੇਹੂੰ, ਜੌਂ, ਬੱਕਰੀ, ਭੇਡ, ਮਵੇਸ਼ੀ, ਇਹ ਤਾਂ ਮੂੰਹ ਤੇ ਚੜ ਗਿਆ। ਇਹ ਤਾਂ ਯਾਦ ਹੋ ਜਾਊਗਾ ਵੀ ਹਾਂ ਠੀਕ ਆ, ਮੇਹਰਗੜ੍ਹ ਪਾਕਿਸਤਾਨ ਤੋਂ ਮਿਲੇ। ਚਾਵਲ, ਜਾਨਵਰਾਂ ਦੀ ਹੱਡੀਆਂ ਦੇ ਟੁਕੜੇ, ਠੀਕ ਹੈ। ਦੂਜੀ ਚੀਜ਼ ਕੀ ਯਾਦ ਰੱਖਣੀ ਆ? ਚੌਲ, ਜਾਨਵਰਾਂ ਦੀਆਂ ਹੱਡੀਆਂ ਦੇ ਅਵਸ਼ੇਸ਼ ਸਾਨੂੰ ਕਿੱਥੋਂ ਮਿਲੇ ਆ? ਕੋਲਡਹੀਵਾ, ਉੱਤਰ ਪ੍ਰਦੇਸ਼ ਤੋਂ ਮਿਲੇ ਆ ਸਾਨੂੰ। ਕੋਲਡਹੀਵਾ ਆਧੁਨਿਕ, ਹੁਣ ਐਟ ਪ੍ਰੈਜ਼ੈਂਟ UP ਦੇ ਵਿੱਚ ਆ, ਠੀਕ ਆ। ਤੇ ਇਹ ਇੱਥੋਂ ਸਾਨੂੰ ਅਵਸ਼ੇਸ਼ ਜਿਹੜੇ ਆ ਮਿਲੇ ਆ। ਤੇ ਜੇ ਚਾਵਲ ਦੇ ਨਾਲ ਜਾਨਵਰਾਂ ਦੀਆਂ ਹੱਡੀਆਂ ਦੇ ਟੁਕੜੇ ਪੁੱਛਿਆ, ਫਿਰ ਆਨਸਰ ਕੋਲਡਹੀਵਾ, ਉੱਤਰ ਪ੍ਰਦੇਸ਼ ਆਨਸਰ ਆਊ। ਤੇ ਜੇ ਚੌਲ ਦੇ ਨਾਲ ਮਵੇਸ਼ੀ ਤੇ ਮਿੱਟੀ ਦੇ ਖੁਰਾਂ ਦੇ ਨਿਸ਼ਾਨ ਪੁੱਛੇ ਆ, ਫਿਰ ਆਨਸਰ ਤੁਹਾਡਾ ਮਹਾਂਗੜਾ, ਆਧੁਨਿਕ, ਉੱਤਰ ਪ੍ਰਦੇਸ਼ ਆਊਗਾ। ਤੋ ਇਹੀ ਤਾਂ ਚੀਜ਼ ਆ, ਕਿਉਂਕਿ ਆਹ ਚੀਜ਼ਾਂ ਕੁਝ ਸਿਮੀਲਰ ਜੀਆਂ ਬਣ ਜਾਂਦੀਆਂ ਵਾ ਤੇ ਇਹਨਾਂ ਨੂੰ ਯਾਦ ਰੱਖਣਾ ਬਹੁਤ ਔਖਾ ਵਾ। ਟ੍ਰਿਕ ਕੀ ਆ? ਟ੍ਰਿਕ ਇਹ ਆ, ਜੇ ਚਾਵਲ ਦੇ ਨਾਲ ਜਾਨਵਰਾਂ ਦੀਆਂ ਹੱਡੀਆਂ ਪੁੱਛੀਆਂ, ਫਿਰ ਆਨਸਰ ਕੋਲਡਹੀਵਾ ਆਊਗਾ। ਜੇ ਤੁਹਾਨੂੰ ਚਾਵਲਾਂ ਦੇ ਨਾਲ ਮਵੇਸ਼ੀ ਜਾਂ ਮਿੱਟੀ ਦੇ ਖੁਰਾਂ ਦੇ ਨਿਸ਼ਾਨ ਪੁੱਛੇ ਆ, ਫਿਰ ਆਨਸਰ ਮਹਾਂਗੜਾ, ਉੱਤਰ ਪ੍ਰਦੇਸ਼ ਆਊਗਾ। ਜੇ ਤੁਹਾਨੂੰ ਕਣਕ ਦੇ ਨਾਲ ਦਲਹਨ ਪੁੱਛ ਲਿਆ ਵਾ, ਤਾਂ ਉੱਥੇ ਮੇਹਰਗੜ੍ਹ ਨਾਲ ਟਿਕ ਕਰ ਆਇਓ, ਕਿਉਂਕਿ ਗੇਹੂੰ ਦੇ ਨਾਲ ਜੌਂ, ਭੇਡ ਬੱਕਰੀ, ਮਵੇਸ਼ੀ ਆ ਗਿਆ, ਆਨਸਰ ਮੇਹਰਗੜ੍ਹ ਪਾਕਿਸਤਾਨ ਆਊਗਾ। ਪਰ ਜੇਕਰ ਗੇਹੂੰ ਦੇ ਨਾਲ ਦਲਹਨ ਪੁੱਛ ਲਿਆ ਤਾਂ ਆਨਸਰ ਆਊਗਾ ਗੁਰਫਕਾਲ, ਆਧੁਨਿਕ, ਕਸ਼ਮੀਰ ਦੇ ਵਿੱਚ, ਠੀਕ ਹੈ। ਉਸ ਸਮੇਂ ਪੁਰਾਣੇ ਸ਼ਹਿਰਾਂ ਸ਼ੁਰਾਂ ਦੇ ਨਾਂ ਸੀ,
ਕਿੰਨੇ ਪੁਰਾਣੇ ਸਮੇਂ ਦੀ ਤਾਂ ਗੱਲ ਆ, ਹੁਣ ਨਾਮ ਚੇਂਜ ਹੋ ਗਿਆ ਤਾਂ ਕਰਕੇ ਬ੍ਰੈਕਟ ਦੇ ਵਿੱਚ ਹੁਣ ਵਾਲੇ ਨਾਮ ਜਿਹੜੇ ਉਹ ਲਿਖੇ ਆ। ਠੀਕ ਹੈ, ਤੇ ਬਹੁਤ ਵਧੀਆ ਚੀਜ਼ ਆ। ਗੇਹੂ ਦੇ ਨਾਲ ਦਲਹਨ ਆ ਗਿਆ ਤਾਂ ਆਂਸਰ ਆਊਗਾ ਆਧੁਨਿਕ ਕਸ਼ਮੀਰ। ਕਲੀਅਰ ਜੀ, ਗੇਹੂ ਔਰ ਦਲਹਨ। ਤੇ ਜੇ ਗੇਹੂ ਤੇ ਦਲਹਨ ਦੇ ਨਾਲ ਕੁੱਤੇ, ਮਵੇਸ਼ੀ, ਭੈਂਸ, ਭੇਡ ਬੱਕਰੀ। ਹੁਣ ਧਿਆਨ ਦੇ ਵਿੱਚ ਰੱਖਿਓ, ਜਿੱਥੇ ਗੇਹੂ, ਜੌਂ, ਭੇਡ ਬੱਕਰੀ ਤੇ ਮਵੇਸ਼ੀ ਆ ਗਿਆ ਉੱਥੇ ਆਂਸਰ ਮੇਹਰਗੜ੍ਹ ਆਊਗਾ। ਜਿੱਥੇ ਮਵੇਸ਼ੀ ਵੀ ਆ ਰਿਹਾ ਵਾ, ਭੇਡ ਬੱਕਰੀ ਵੀ ਆ ਰਿਹਾ, ਗੇਹੂ ਵੀ ਆ ਰਿਹਾ ਵਾ, ਤੇ ਪਰ ਨਾਲ ਦਲਹਨ, ਕੁੱਤੇ ਆ ਰਿਹਾ, ਭੈਂਸ ਆ ਰਿਹਾ, ਮਤਲਬ ਮੱਝ ਆ ਰਿਹਾ, ਫਿਰ ਆਂਸਰ ਮੇਹਰਗੜ੍ਹ ਨਹੀਂ ਆਉਣਾ, ਫਿਰ ਆਉਣਾ ਬੁਰਜ ਹੋਮ ਆਧੁਨਿਕ ਕਸ਼ਮੀਰ। ਗੱਲ ਕਲੀਅਰ? ਮਤਲਬ ਤੁਹਾਨੂੰ ਮੈਂ ਦੱਸੀ ਜਾ ਰਹੀ ਹਾਂ ਵੀ ਸਿਮੀਲਰ ਦੀਆਂ ਚੀਜ਼ਾਂ ਨੂੰ ਯਾਦ ਕਿਵੇਂ ਰੱਖਣਾ। ਮਨੁੱਖੀ ਦਿਮਾਗ ਆ, ਮਨੁੱਖੀ ਦਿਮਾਗ ਬਹੁਤ ਕੁਝ ਕਰ ਸਕਦਾ। ਮੈਂ ਜਿਹੜਾ ਤਰੀਕਾ ਤੁਹਾਨੂੰ ਦੱਸ ਰਹੀ ਹਾਂ, ਹੋ ਸਕਦਾ ਇਹ ਤਰੀਕਾ ਤੁਹਾਨੂੰ ਵਧੀਆ ਨਾ ਲੱਗੇ, ਪਰ ਇਹ ਵੀ ਹੋ ਸਕਦਾ ਸਾਰਿਆਂ ਦਾ ਆਪੋ ਆਪਣਾ ਦਿਮਾਗ, ਹੋ ਸਕਦਾ ਤੁਸੀਂ ਕਿਸੇ ਹੋਰ ਤਰੀਕੇ ਦੇ ਨਾਲ ਯਾਦ ਰੱਖ ਪਾਓ। ਠੀਕ ਆ, ਹਰ ਇੱਕ ਨੂੰ ਦਿਮਾਗ ਪ੍ਰਮਾਤਮਾ ਨੇ ਇੱਕੋ ਜਿਹਾ ਦਿੱਤਾ, ਪਰ ਇਸਤੇਮਾਲ ਕਰਨ ਦੇ ਢੰਗ ਜਿਹੜੇ ਨੇ ਉਹ ਅਲੱਗ-ਅਲੱਗ ਨੇ। ਹੋ ਸਕਦਾ ਤੁਸੀਂ ਮੇਰੇ ਨਾਲੋਂ ਵੀ ਬੈਟਰ ਟ੍ਰਿਕ ਜਿਹੜੀ ਉਹ ਬਣਾ ਸਕੋ। ਠੀਕ ਹੈ, ਵੈਸੇ ਇਹ ਟ੍ਰਿਕ ਨਹੀਂ ਆ, ਇੱਕ ਸਮਾਰਟ ਵਰਕ ਹੈ। ਠੀਕ ਹੈ ਜੀ, ਤੇ ਉਸ ਤੋਂ ਬਾਅਦ ਅੱਗੇ ਆ ਜਾਓ। ਜੇਕਰ ਸਾਨੂੰ ਕਣਕ ਦੇ ਨਾਲ ਹਰੇ ਚਣੇ, ਜੌਂ ਤੇ ਭੈਂਸ ਤੇ ਬੈਲ ਆ ਗਿਆ, ਫਿਰ ਆਂਸਰ ਆ ਜਾਣਾ ਵਾ ਚਿਰਾਂਦ ਆਧੁਨਿਕ ਬਿਹਾਰ। ਠੀਕ ਹੈ, ਫਿਰ ਆਂਸਰ ਕੀ ਆ ਜਾਣਾ ਵਾ ਚਿਰਾਂਦ ਆਧੁਨਿਕ ਬਿਹਾਰ। ਠੀਕ ਆ, ਜੇ ਉਸ ਤੋਂ ਬਾਅਦ ਆ ਗਿਆ ਜਵਾਰ, ਬਾਜਰਾ, ਮਵੇਸ਼ੀ, ਭੇਡ ਬੱਕਰੀ, ਸੂਰ। ਜੇਕਰ ਤੁਹਾਨੂੰ ਇਹਦੇ ਜਵਾਰ, ਬਾਜਰੇ ਦੇ ਨਾਲ ਮਵੇਸ਼ੀ, ਭੇਡ ਬੱਕਰੀ ਤੇ ਸੂਰ ਆ ਗਿਆ, ਠੀਕ ਆ, ਫਿਰ ਆਂਸਰ ਆਊਗਾ ਹਲੂਰ ਆਧੁਨਿਕ ਆਂਧਰਾ ਪ੍ਰਦੇਸ਼। ਠੀਕ ਹੈ ਜੀ, ਜੇਕਰ ਸਾਨੂੰ ਕਾਲੇ ਚਨੇ ਦੇ ਨਾਲ ਜਵਾਰ, ਬਾਜਰਾ, ਮਵੇਸ਼ੀ ਤੇ ਭੇਡ, ਸੂਰ ਪੁੱਛ ਲਿਆ ਵਾ, ਉੱਥੇ ਸਾਨੂੰ ਆਂਸਰ ਆਊਗਾ ਪਈਅਮ ਪੱਲੀ ਆਧੁਨਿਕ ਆਂਧਰਾ ਪ੍ਰਦੇਸ਼। ਪਈਅਮ ਪੱਲੀ ਆਧੁਨਿਕ ਆਂਧਰਾ ਪ੍ਰਦੇਸ਼। ਇੱਥੇ ਹੀ ਬਸ ਨਹੀਂ, ਕਿਉਂਕਿ ਜਿਹੜੀਆਂ ਸਿਮੀਲਰ ਦੀਆਂ ਚੀਜ਼ਾਂ ਆ ਰਹੀਆਂ ਨਾ, ਹੁਣ ਵੇਖੋ ਕਣਕ ਕਿੱਥੇ ਕਿੱਥੇ ਆ ਰਹੀ ਆ, ਗਿਣ ਲਓ ਇੱਕ ਹੀ। ਮੈਂ ਨਾ ਰੇਸ ਕਰਦੀ ਆ। ਠੀਕ ਹੈ, ਆ ਪਹਿਲਾ ਸਮਾਰਟ ਵਰਕ ਆ, ਇਹ ਹੋ ਗਿਆ ਪਹਿਲਾ ਸਮਾਰਟ ਵਰਕ। ਇਸ ਤਰੀਕੇ ਦੇ ਨਾਲ ਯਾਦ ਰੱਖਣਾ। ਹੁਣ ਤੁਸੀਂ ਦੂਜੇ ਤਰੀਕੇ ਤੇ ਆ ਜਾਓ। ਦੂਜਾ ਤਰੀਕਾ ਤੁਹਾਡਾ ਇਹ ਆ, ਇੱਕ ਮਿੰਟ ਮੈਨੂੰ ਨਾ ਆਪਾਂ ਰੇਸ ਕਰ ਲਈਏ। ਠੀਕ ਹੈ, ਹੁਣ ਦੂਜੇ ਤਰੀਕੇ ਤੇ ਆ ਜਾਓ। ਦੂਜਾ ਤਰੀਕਾ ਰਾਜੇ ਇਹ ਆ ਕਿ ਗੇਹੂ, ਠੀਕ ਹੈ, ਕਾਪੀ ਲੈ ਲੈਣੀ ਆ ਇੱਕ ਰਫ। ਜਿੱਥੇ ਜਿੱਥੇ ਕਣਕ ਆ ਗਈ, ਜਿੱਥੋਂ ਜਿੱਥੇ ਕਣਕ ਦੇ ਅਵਸ਼ੇਸ਼ ਮਿਲੇ ਉਹਨੂੰ ਅਲੱਗ ਰੇਖ ਲੈਣਾ। ਹੁਣ ਵੇਖੋ ਕਣਕ ਦੇ ਅਵਸ਼ੇਸ਼ ਸਾਨੂੰ ਕਿੱਥੇ ਕਿੱਥੇ ਮਿਲੇ ਆ, ਮੇਹਰਗੜ੍ਹ ਪਾਕਿਸਤਾਨ ਤੋਂ ਵੀ ਮਿਲੇ, ਫਿਰ ਸਾਨੂੰ ਗੁਰਫੁਕਾਲ ਆਧੁਨਿਕ ਕਸ਼ਮੀਰ ਤੋਂ ਵੀ ਮਿਲੇ, ਫਿਰ ਸਾਨੂੰ ਇਹ ਬੁਰਜ ਹੋਮ ਕਸ਼ਮੀਰ ਤੋਂ ਮਿਲੇ, ਫਿਰ ਇਹ ਸਾਨੂੰ ਚਿਰਾਂਦ ਦੇ ਆਧੁਨਿਕ ਬਿਹਾਰ ਤੋਂ ਵੀ ਮਿਲੇ। ਠੀਕ ਹੈ, ਉਸ ਤੋਂ ਬਾਅਦ ਅੱਗੇ ਆ ਜਾਓ। ਹਾਂ ਬਸ ਠੀਕ ਹੈ, ਕਿੰਨੇ ਥਾਂ ਹੋ ਗਏ ਸਾਡੇ? 4 ਥਾਵਾਂ ਤੋਂ। 4 ਥਾਵਾਂ ਤੋਂ ਸਾਨੂੰ ਕਣਕ ਦੇ ਅਵਸ਼ੇਸ਼ ਮਿਲੇ, ਮੇਹਰਗੜ੍ਹ ਪਾਕਿਸਤਾਨ, ਗੁਰਫੁਕਾਲ ਤੇ ਬੁਰਜ ਹੋਮ ਆਧੁਨਿਕ ਕਸ਼ਮੀਰ, ਚਿਰਾਂਦ ਦਾ ਬਿਹਾਰ। ਸੋ ਇਹ 4 ਥਾਵਾਂ ਤੋਂ ਸਾਨੂੰ ਕਣਕ ਦੇ ਅਵਸ਼ੇਸ਼ ਮਿਲੇ ਆ। ਇਹ ਸਾਨੂੰ NCERT ਕਹਿੰਦੀ ਆ, ਤੇ ਜਿਹੜੀ ਚੀਜ਼ ਫਿਰ NCERT ਕਹਿੰਦੀ ਆ ਉਹ ਤਾਂ ਫਿਰ ਇੰਪੋਰਟੈਂਟ ਆ। ਤੇ ਉਸ ਤੋਂ ਬਾਅਦ ਨਾਲ ਹੀ ਕੀ ਯਾਦ ਰੱਖਣਾ? ਚਾਵਲ ਦੇ ਅਵਸ਼ੇਸ਼ 2 ਥਾਵਾਂ ਤੋਂ ਮਿਲੇ। ਕਿਹੜੇ ਕਿਹੜੇ? ਕੋਲਡ ਹੀਵਾ ਆਧੁਨਿਕ ਉੱਤਰ ਪ੍ਰਦੇਸ਼, ਮਹਾਗੜਾ ਆਧੁਨਿਕ ਉੱਤਰ ਪ੍ਰਦੇਸ਼। ਇਸੇ ਤਰ੍ਹਾਂ ਹੀ ਮਵੇਸ਼ੀ ਹੋ ਗਿਆ, ਮਵੇਸ਼ੀ ਵੀ ਸਾਨੂੰ 3 ਥਾਵਾਂ ਤੋਂ ਮਿਲੇ ਆ। ਆਹ ਵੇਖੋ, ਤੇ ਅੱਗੇ ਵੀ ਵੇਖ ਲੈਂਦੇ ਆ, ਅੱਗੇ ਵੀ ਹੈਗਾ, ਆਹ ਦੇਖੋ ਮਵੇਸ਼ੀ। ਠੀਕ ਹੈ, ਮਵੇਸ਼ੀ ਜਿਹੜਾ ਵਾ ਸਾਨੂੰ ਇਹ ਮੇਹਰਗੜ੍ਹ ਤੋਂ ਵੀ ਮਿਲਿਆ। ਫਿਰ ਇਹ ਸਾਨੂੰ ਮਿਲਿਆ ਜੀ ਮਹਾਗੜਾ ਉੱਤਰ ਪ੍ਰਦੇਸ਼ ਦੇ ਵਿੱਚ ਵੀ ਮਵੇਸ਼ੀ ਮਿਲਿਆ। ਮਵੇਸ਼ੀ ਮਿਲਿਆ ਨਹੀਂ, ਮਤਲਬ ਮਵੇਸ਼ੀ ਦੇ ਅਵਸ਼ੇਸ਼ ਮਿਲੇ। ਠੀਕ ਆ, ਤੇ ਬੁਰਜ ਹੋਮ ਆਧੁਨਿਕ ਕਸ਼ਮੀਰ ਤੋਂ ਵੀ ਮਿਲਿਆ। ਫਿਰ ਇਹ ਸਾਨੂੰ ਹਲੂਰ ਆਂਧਰਾ ਪ੍ਰਦੇਸ਼ ਤੋਂ ਵੀ ਮਿਲਿਆ, ਤੇ ਫਿਰ ਇਹ ਸਾਨੂੰ ਪਈਅਮ ਪੱਲੀ ਆਧੁਨਿਕ ਆਂਧਰਾ ਪ੍ਰਦੇਸ਼ ਤੋਂ ਵੀ ਮਿਲਿਆ। ਸੋ ਇਹ ਤਰੀਕਾ ਜਿਹੜਾ ਵਾ ਮੈਂ ਤੁਹਾਨੂੰ ਦੱਸਤਾ, ਤਾਂ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਇਸ ਨੂੰ ਯਾਦ ਰੱਖ ਲੈਣਾ। ਵੱਧ ਤੋਂ ਵੱਧ ਤੁਹਾਨੂੰ ਇਹਦੇ 15 ਮਿੰਟ ਲਾਉਣੇ ਪੈਣਗੇ, ਪਰ ਇੱਕ ਵਾਰੀ 15 ਮਿੰਟ ਇਦਾਂ ਲਾ ਲਏ, ਕਾਪੀ ਤੇ ਲਿਖ ਲਓ ਜਿਹੜੇ 2 ਤਰੀਕੇ ਨੇ ਮੈਂ ਦੱਸਿਆ। ਠੀਕ ਆ, ਵੈਸੇ ਜ਼ਿਆਦਾ ਇੰਪੋਰਟੈਂਟ ਪਤਾ ਕੀ ਆ? ਮਵੇਸ਼ੀ, ਭੇਡ ਬੱਕਰੀ, ਆਪਣਾ ਗੇਹੂ,
ਜੌਂ, ਠੀਕ ਆ। ਇਹ ਚੀਜ਼ਾਂ ਜਿਹੜੀਆਂ ਵਾ ਜ਼ਿਆਦਾ ਇੰਪੋਰਟੈਂਟ ਆ, ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਲਿਓ, ਠੀਕ ਆ। ਅੱਗੇ ਚੱਲਦੇ ਹਾਂ। क्लास वधिया लगी तो सपोर्ट दिखाते जाया करो बई। उस तो बाद आ जाओ बुर्ज अहोम। कहते वर्तमान कश्मीर में लोग गई के नीचे घर बनाते थे जिन्हें गर्तवास कहा जाता। गई पता किनू कहते आ? गई मैं तुहानू फॉर एग्जाम्पल साडे ना कॉलेज दे विच कैंटीन हुंदी सी तां उन्हां ने हेठां नूं बनाई सी। हेठां नूं पौड़ियां उतर के जाना तां नीचे बहुत वधिया बनाया सी उन्हां पक्का पक्का सी सारा। ਤਾਂ ਮਤਲਬ ਹੇਠਾਂ ਨੂੰ ਘਰ ਬਣਾਉਣਾ ਉਹਨਾਂ ਨੂੰ ਅਸੀਂ ਗਈ ਕਹਿ ਦਿੰਦੇ ਆ ਜਾਂ ਉਹਨਾਂ ਨੂੰ ਗਰਤਵਾਸ ਵੀ ਕਿਹਾ ਜਾਂਦਾ ਵਾ, ਠੀਕ ਹੈ। ਬੁਰਜ ਹੋਮ ਕਸ਼ਮੀਰ ਦੇ ਵਿੱਚ ਇਸ ਤਰ੍ਹਾਂ ਦੇ ਘਰ ਬਣਾਏ ਜਾਂਦੇ ਸੀ। ਠਾਹ ਨੂੰ ਪੌੜੀਆਂ ਠਾਹ ਨੂੰ ਉਤਰ ਕੇ ਜਾਣਾ ਹੁੰਦਾ ਸੀ, ਹਮੇਸ਼ਾ ਹੇਠਾਂ ਖੋਦ ਕੇ ਘਰ ਬਣਾਏ ਜਾਂਦੇ ਸੀ। ਮੇਹਰਗੜ੍ਹ ਦੇ ਵਿੱਚ ਕਹਿੰਦੇ ਮੇਹਰਗੜ੍ਹ में बस्ती का आरंभ 8000 ਸਾਲ ਪਹਿਲੇ ਹੋਇਆ। ਮੋਸਟ ਇੰਪੋਰਟੈਂਟ ਹਾਈਲਾਈਟ ਕਰ ਲਓ, ਮੇਹਰਗੜ੍ਹ ਵਿੱਚ बस्ती ਦਾ ਆਰੰਭ ਕਦੋਂ ਹੋਇਆ? ਆਂਸਰ ਆਊਗਾ 8000 ਸਾਲ ਪਹਿਲਾਂ। यह स्थान ईरान जाने वाले रास्ते में महत्वपूर्ण था। यह बोलन दरे के पास एक हरा भरा समतल स्थान था। मोस्ट इंपॉर्टेंट मेहरगढ़ दे रस्ते ते केड़ा दरा पैंदा है? आंसर आऊगा बोलन दरा, ठीक है। ईरान जान दा ये बहुत वधिया रस्ता सी। मेहरगढ़ तो बोलन दरे दे राही कित्थे जाया जांदा सी? ईरान जाया जांदा सी, ठीक है। एक एक लाइन एक एक क्या होया शब्द इंपॉर्टेंट अज बई। बेशक तुसी हुण कदर ना करो पर पेपर तो बाद पता लग जूगा। पेपर तो बाद फिर दुध दा दुध ते पानी दा पानी हो जाना। इस इलाके में सबसे पहले जौ, गेहूं, भेड़ बकरी पालना सीखा। यहाँ चकोर तथा आयताकार घरों के अवशेष मिले। चकोर, ठीक है, आयताकार ते चकोर इस तरीके के घर मिले। कहते मेहरगढ़ में कब्रों के सब समान भी रखे जाते थे। मेहरगढ़ दीयां कब्रां दे विच देहां मनुखी डैड बॉडीज ਜਿਹੜੀਆਂ ਉਹ ਰੱਖੀਆਂ ਜਾਂਦੀਆਂ ਸੀ। ਕਹਿੰਦੇ ਕਬਰ ਦੇ ਵਿੱਚ ਜਦੋਂ ਕਿਸੇ ਮਰੇ ਹੋਏ ਮਨੁੱਖ ਨੂੰ ਦੱਬਿਆ ਜਾਂਦਾ ਸੀ ਤਾਂ ਨਾਲ ਇੱਕ ਬੱਕਰੀ ਦਬਾਈ ਜਾਂਦੀ ਸੀ, ਠੀਕ ਹੈ। ਮੋਸਟ ਇੰਪੋਰਟੈਂਟ ਆ ਕਨਸੈਪਟ ਕਿਤੇ ਪੁੱਛਿਆ ਗਿਆ, ਮੈਨੂੰ ਯਾਦ ਨਹੀਂ, ਪਤਾ ਨਹੀਂ ਆਪਣੇ ਹੀ ਪੇਪਰ 'ਚ ਪੁੱਛਿਆ ਗਿਆ, ਪਤਾ ਨਹੀਂ ਸੀਟੈਟ ਦੀ SSTC ਪੁੱਛਿਆ ਗਿਆ ਸੀ ਵੀ ਜਿਹੜਾ ਸੀਗਾ ਨਾਲ ਕਿਹੜਾ ਜਾਨਵਰ ਨੂੰ ਦਬਾਇਆ ਜਾਂਦਾ ਸੀ ਤਾਂ ਬੱਕਰੀ ਨੂੰ ਇਹ ਦਬਾਉਂਦੇ ਹੁੰਦੇ ਸੀ, ਠੀਕ ਹੈ। ਨਾਲ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਅਗਲਾ ਚੈਪਟਰ ਆ ਗਿਆ ਆਰੰਭਿਕ ਨਗਰ। ਜਿੰਨਾ ਕੰਟੈਂਟ ਮੈਂ ਤੁਹਾਨੂੰ ਦੂਜੇ ਚੈਪਟਰ ਦਾ ਕਰਵਾਇਆ ਓਨਾ ਯਾਦ ਰੱਖ ਲੋਗੇ ਨਾ ਬੈਟਰ ਆ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਆ ਜਾਓ ਬਈ ਤੀਜੇ ਚੈਪਟਰ ਤੇ। ਤੀਜਾ ਚੈਪਟਰ ਹੈਗਾ ਵਾ ਆਰੰਭਿਕ ਨਗਰ। ਆਰੰਭਿਕ नगर ਤੇ ਆ ਜਾਓ ਬਈ। कहते लगभग 150 साल पहले जब पंजाब में पहली बार रेलवे लाइनें बिछाई जा रही थी तो इस काम में जुटे इंजीनियरों को अचानक हड़प्पा पूरा स्थल मिला जो आधुनिक पाकिस्तान में है। साडी की शुरू हो चुकी आ हड़प्पा दी कहानी, ठीक है। हड़प्पा दी कहानी नूं पढ़दे आ, बहुत ही ज़्यादा इंटरस्टिंग वे दे नाल सपोर्ट दिखाते ਰਿਹਾ करो बई, ठीक है। दिल ना तोड़िया करो, ठीक है। ਤੇ ਜਦੋਂ ਨਾ ਆਪਣੇ 150 ਸਾਲ ਪਹਿਲਾਂ ਪੰਜਾਬ ਦੇ ਵਿੱਚ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ, ਠੀਕ ਆ, ਤਾਂ ਉਦੋਂ ਕੀ ਹੋਇਆ? ਕਹਿੰਦੇ ਜਦੋਂ ਕਿਉਂਕਿ ਪਟੜੀ ਬਣਾਉਣੀ ਸੀ ਜਦੋਂ ਹਨਾ, ਤੇ ਜਦੋਂ ਉਹਨਾਂ ਨੇ ਖੋਦਿਆ ਕਿਉਂਕਿ ਕਰਨਾ ਪੈਂਦਾ ਕਿੰਨਾ ਰੇਲਵੇ ਲਾਈਨਾਂ ਵਿਛਾਉਣੀਆਂ ਯਾਰ ਕੋਈ ਨਿੱਕੀ ਜੀ ਗੱਲ ਨਹੀਂ ਆ। ਕਹਿੰਦੇ ਜਦੋਂ ਉਹਨਾਂ ਨੇ ਇੰਜੀਨੀਅਰਾਂ ਨੂੰ ਅਚਾਨਕ ਕੀ ਮਿਲਿਆ? ਹੜੱਪਾ ਪੂਰਾ ਸਥਲ ਮਿਲਿਆ। ਪੂਰਾ ਸਥਲ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਨਾ, ਪੂਰਾ ਸਥਲ ਕੀ ਆ? ਜਿੱਥੇ ਪੁਰਾਣੇ ਬਰਤਨ ਕੋਈ ਬਣੀਆਂ ਚੀਜ਼ਾਂ ਮਿਲਦੀਆਂ ਉਹ ਹੁੰਦਾ ਪੂਰਾ ਸਥਲ। ਜੋ ਆਧੁਨਿਕ ਪਾਕਿस्तान में है यह सभ्यता सिंधु नदी के निकट विकसित ਹੋਈ। ਹੁਣ ਤਾਂ ਤੁਸੀਂ ਇਹ ਕਿਉਂ ਸੋਚ ਰਹੇ ਹੋ ਇੱਥੇ ਵੀ ਪਾਕਿਸਤਾਨ ਦੇ ਵਿੱਚ ਕਿੱਦਾਂ? ਇੱਥੇ ਤਾਂ ਪੰਜਾਬ ਦੀ ਗੱਲ ਹੋ ਰਹੀ ਰਾਜੇ। ਵੰਡ ਤਾਂ ਬਹੁਤ ਸਮੇਂ ਬਾਅਦ ਹੋਈ ਆ ਕੇ 1947 ਦੇ ਵਿੱਚ, 70-72 ਸਾਲ ਪਹਿਲਾਂ ਦੀ ਗੱਲ ਆ। ਤਾਂ ਉਦੋਂ ਹੜੱਪਾ ਪਾਕਿਸਤਾਨ ਸਾਡਾ ਉਧਰਲਾ ਲਹਿੰਦਾ ਪੰਜਾਬ ਸਾਰਾ ਕੁਝ ਸਾਡਾ ਸੀ। ਉਹ ਤਾਂ ਬਾਅਦ ਵਿੱਚ ਵੰਡਾਂ ਹੋਈਆਂ, ਪਰ ਪੰਜਾਬ ਦੇ ਵਿੱਚ ਜਦੋਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ ਤਾਂ ਉਦੋਂ ਇਹਨਾਂ ਨੂੰ ਹੜੱਪਾ ਦੇ ਅਵਸ਼ੇਸ਼ ਮਿਲੇ ਸੀ। ਕਿੰਨੀ ਘੈਂਟ ਗੱਲ ਆ। ਪਰ ਸਾਡੇ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਦੱਸਿਆ ਨਹੀਂ ਵੀ ਜਦੋਂ ਪੰਜਾਬ ਦੇ ਵਿੱਚ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ ਉਹਨਾਂ ਸਮਿਆਂ ਦੇ ਵਿੱਚ ਉਦੋਂ ਇਹਨਾਂ ਨੂੰ ਹੜੱਪਾ ਦੇ ਅਵਸ਼ੇਸ਼ ਜਿਹੜੇ ਸੀ ਉਹ ਮਿਲੇ ਸੀ, ਠੀਕ ਹੈ। ਕਹਿੰਦੇ ਇਹ ਸਭਿਅਤਾ 4700 ਸਾਲ ਪਹਿਲੇ ਵਿਕਸਿਤ ਹੋਈ।
ਤੇ ਕੀ ਕਿਹਾ ਗਿਆ ਵੀ ਸਿੰਧ ਨਦੀ ਜਿਹੜੀ ਸਾਡੀ ਹੁਣ ਪਾਕਿਸਤਾਨ ਦੇ ਵਿੱਚ ਆ, ਕਹਿੰਦੇ ਇਹਦੇ ਕਿਨਾਰੇ ਤੇ ਵਸੇ ਹੋਏ ਲੋਕ ਸੀ ਹੜੱਪਾ ਦੇ ਲੋਕ। ਤੇ ਕਹਿੰਦੇ ਇਹ ਸਭਿਅਤਾ ਜਿਹੜੀ ਸੀ 4700 ਸਾਲ ਪਹਿਲਾਂ ਵਿਕਸਿਤ ਹੋਈ ਸੀ, ਕਿਹੜੀ ਨਦੀ ਦੇ ਕਿਨਾਰੇ? ਸਿੰਧ ਨਦੀ ਦੇ ਕਿਨਾਰੇ। ਮੈਂ ਤੁਹਾਨੂੰ ਦੱਸਦੀ ਹਾਂ ਆਪਣੀ ਨਾ 1947 ਤੋਂ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਰੇਲਵੇ ਲਾਈਨ ਜਿਹੜੀ ਸੀਗੀ ਉਹ ਆਉਂਦੀ ਹੁੰਦੀ ਸੀ ਦਿੱਲੀ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਖੇਮਕਰਨ ਮੇਰੇ ਲਾਗੇ, ਠੀਕ ਆ, ਮੇਰੇ ਡਿਸਟ੍ਰਿਕਟ ਚ ਖੇਮਕਰਨ। ਤੇ ਵੇਖੋ ਖੇਮਕਰਨ ਤੋਂ ਬਾਅਦ ਕਿੱਥੇ ਚਲ ਜਾਂਦੀ ਸੀ? ਲਾਹੌਰ ਚਲ ਜਾਂਦੀ ਸੀ 1947 ਤੋਂ ਪਹਿਲਾਂ, ਹਨਾ। ਕਿੰਨਾ ਸੋਹਣਾ ਸਮਾਂ ਹੋਊਗਾ, ਸਾਰਾ ਕੁਝ ਤਹਿਸ ਨਹਿਸ ਕਰਤਾ, ਹਨਾ। ਤੇ ਮੇਰਾ ਨਾ, ਮੈਂ ਤੁਹਾਨੂੰ ਰਿਐਲਿਟੀ ਦੱਸਾਂ, ਮੇਰਾ ਅੰਦਰੋਂ ਲਹਿੰਦੇ ਪੰਜਾਬ ਦੇ ਨਾਲ ਬਹੁਤ ਪਿਆਰ ਆ, ਪਤਾ ਨਹੀਂ ਕਿਉਂ, ਪਤਾ ਨਹੀਂ ਕੀ ਨੈਚੁਰਲੀ ਏਦਾਂ ਦੀ ਕੋਈ ਚੀਜ਼ ਆ ਬਹੁਤ ਜ਼ਿਆਦਾ। ਮੈਂ ਜਦੋਂ ਕੋਈ ਜੀਓਗ੍ਰਾਫੀ ਦਾ ਟੌਪਿਕ ਪੜ੍ਹਾਵਾਂ, ਹਿਸਟਰੀ ਦਾ ਪੜ੍ਹਾਵਾਂ, ਕੁਛ ਵੀ ਕਰਾਂ ਤੇ ਮੇਰੇ ਕੋਲ ਲਹਿੰਦੇ ਪੰਜਾਬ ਦਾ ਜ਼ਿਕਰ ਮੇਰੇ ਤੋਂ ਹੋ ਜਾਂਦਾ। ਤੇ ਮੇਰੀ ਬਹੁਤ ਰੀਝ ਆ, ਬਹੁਤ ਸੁਪਨਾ ਵੀ ਮੈਂ ਲਹਿੰਦੇ ਪੰਜਾਬ ਜਾਵਾਂ, ਘੱਟੋ ਘੱਟ ਉੱਥੇ ਮੇਰਾ 2-2.5 ਮਹੀਨੇ ਦਾ ਟ੍ਰਿਪ ਹੋਵੇ ਤਾਂ ਉੱਥੇ ਮੈਂ ਜਾ ਕੇ ਦੇਖ ਕੇ ਆਵਾਂ। ਆਪਣੇ ਜਿਵੇਂ ਉੱਥੇ ਮਿਰਜ਼ਾ ਸਾਹਿਬਾਂ ਦੀ ਵੀ ਬਣੀ ਹੋਈ ਉਹਨਾਂ ਦੀ ਦਰਗਾਹ, ਫਿਰ ਆਪਣਾ ਕਰਤਾਰਪੁਰ ਸਾਹਿਬ, ਗੁਰੂ ਨਾਨਕ ਦੇਵ ਜੀ ਮੱਝਾਂ ਚਾਰਦੇ ਰਹੇ ਆ ਤੇ ਜਿੱਥੇ ਜਿਹੜੇ ਖੂਹ ਤੋਂ ਉਹ ਪਾਣੀ ਦਿੰਦੇ ਰਹੇ ਆਪਣੇ ਖੇਤਾਂ ਨੂੰ, ਉਹ ਅੱਜ ਵੀ ਖੂਹ ਉਸੇ ਤਰ੍ਹਾਂ ਉੱਥੇ ਮੌਜੂਦ ਆ। ਕਿੰਨੀਆਂ ਸੰਗਤਾਂ ਉੱਥੇ ਮੱਥਾ ਟੇਕਦੀਆਂ ਤੇ ਆਪਾਂ ਕਿੰਨੇ ਬਦਨਸੀਬ ਆ ਵੀ ਆਪਾਂ ਅਜੇ ਤਾਈਂ ਗਏ ਨਹੀਂ ਉੱਥੇ, ਹਨਾ। ਅੱਧੀ ਉਮਰ ਲੰਘ ਚੱਲੀ ਤੇ ਬਹੁਤ ਰੀਝ ਮੈਨੂੰ ਉੱਥੇ ਜਾਣ ਦੀ, ਹਨਾ। ਪ੍ਰਮਾਤਮਾ ਲੈ ਕੇ ਜਾਵੇ ਤਾਂ ਜਿਹੜਾ ਜੇ ਮੈਨੂੰ ਕੋਈ ਪੁੱਛੇ ਨਾ ਵੀ ਤੁਹਾਡਾ ਆਖਰੀ ਸੁਪਨਾ ਕੀ ਆ, ਜਾਂ ਦੁਨੀਆ ਤੋਂ ਜੇ ਮੰਨ ਲਓ ਮੈਨੂੰ ਕੋਈ ਮੌਤ ਦੇ ਰਿਹਾ, ਹਨਾ, ਫੋਰ ਐਗਜ਼ਾਮਪਲ ਜੇ ਮੈਨੂੰ ਕੋਈ ਮੌਤ ਦੇ ਰਿਹਾ ਤੇ ਜੇ ਮੈਨੂੰ ਕੋਈ ਕਵੇ ਵੀ ਤੁਹਾਡਾ ਆਖਰੀ ਕੀ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ ਆ ਵੀ ਤੁਹਾਡਾ ਆਖਰੀ ਕੋਈ ਆਖਰੀ ਤੁਹਾਡੀ ਖੁਆਇਸ਼ ਕੀ ਆ? ਮੇਰੀ ਆਖਰੀ ਖੁਆਇਸ਼ ਇਹ ਆ ਵੀ ਮਤਲਬ ਜਿੰਨੀ ਵੀ ਮੈਂ ਉਮਰ ਭੋਗਾਂ, 60-70 ਸਾਲ ਜਿੰਨੀ ਵੀ ਮੈਂ ਉਮਰ ਭੋਗਾਂ, ਮਤਲਬ ਮੈਂ ਮੇਰੇ ਬੁੱਢੇ ਹੁੰਦਿਆਂ ਤੱਕ ਮੈਂ ਲਹਿੰਦਾ ਤੇ ਚੜ੍ਹਦਾ ਪੰਜਾਬ ਇਕੱਠਾ ਵੇਖ ਲਾਂ, ਵੀ ਇਕੱਠੇ ਹੋ ਜਾਣ। ਤੇ ਇਹ ਸੁਪਨਾ ਬਹੁਤ ਵੱਡਾ, ਪਤਾ ਨਹੀਂ ਪੂਰਾ ਹੋਣਾ ਕਿ ਨਹੀਂ ਹੋਣਾ। ਹੋਰ ਕੋਈ ਸ਼ੌਂਕ ਰੀਝ ਰੂਝ ਕੁਛ ਨਹੀਂ ਹੈਗੀ, ਬਸ ਵਧੀਆ ਚੱਲੀ ਜਾਂਦੀ ਲਾਈਫ, ਠੀਕ ਠਾਕ। ਬਾਕੀ ਤਾਂ ਮੁਸ਼ਕਲਾਂ ਇੱਦਾਂ ਹੀ ਆ, ਪਰ ਇਹ ਬਹੁਤ ਵੱਡਾ, ਮੇਰਾ ਬਹੁਤ ਵੱਡਾ ਡਰੀਮ ਆ, ਚੜ੍ਹਦਾ ਤੇ ਲਹਿੰਦਾ ਪੰਜਾਬ ਇਕੱਠਾ ਹੋ ਜੇ। ਅੱਛਾ, ਮੈਂ ਤੁਹਾਨੂੰ ਗੱਲ ਦੱਸ ਰਹੀ ਸੀ ਜਿਹੜੀ ਰੇਲਵੇ ਲਾਈਨ ਸੀ ਦਿੱਲੀ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਇੱਥੇ ਮੇਰੇ ਖੇਮਕਰਨ, ਤੇ ਖੇਮਕਰਨ ਤੋਂ ਬਾਅਦ ਲਾਹੌਰ ਜਾਂਦੀ ਸੀ। ਤੇ ਜਦੋਂ 1947 ਦੀ ਵੰਡ ਹੋ ਗਈ ਨਾ, ਖੇਮਕਰਨ ਤੋਂ ਬਾਅਦ ਉੱਥੇ ਸਟਾਪ ਹੋ ਗਿਆ ਤੇ ਉਹ ਜਿਹੜੀ ਅੱਗੇ ਨੂੰ ਰੇਲਵੇ ਲਾਈਨ ਜਾਂਦੀ ਸੀ ਲਾਹੌਰ ਨੂੰ, ਉਹ ਸਾਰੀ ਪੁੱਟ ਕੇ ਸਾਫ਼ ਕਰਕੇ ਮੈਦਾਨੀ ਏਰੀਆ ਬਣਾ ਕੇ ਉੱਥੇ ਤਾਰਾਂ ਲਗਾ ਦਿੱਤੀਆਂ ਗਈਆਂ, ਹਨਾ। ਤੇ ਚਲੋ ਆਪਾਂ ਇਹਦੇ ਬਾਰੇ ਗੱਲ ਨਹੀਂ ਕਰਦੇ, ਸਟਾਪ ਸਟਾਪ ਸਟਾਪ, ਆਪਣਾ ਟੌਪਿਕ ਥੋੜਾ ਜਿਹਾ ਹਟ ਗਿਆ ਕਿਉਂਕਿ ਇੱਥੇ ਕੁਛ ਏਦਾਂ ਦੀ ਲਾਈਨ ਜਿਹੜੀ ਆ ਗਈ ਸੀ। ਤੇ ਆਪਾਂ ਕੋਈ ਨਹੀਂ, ਪੇਪਰ ਤੋਂ ਬਾਅਦ ਰੱਬ ਕਰੇ ਤੁਹਾਡਾ ਪੇਪਰ ਕਲੀਅਰ ਹੋ ਜੇ ਤੇ ਆਪਾਂ ਇਹੋ ਜਿਹੀਆਂ ਆਪਣੇ ਇਤਿਹਾਸ ਦੀਆਂ, ਪੰਜਾਬ ਦੇ ਨਾਲ ਸੰਬੰਧਿਤ ਇਹੋ ਜਿਹੀਆਂ ਇੰਟਰਸਟਿੰਗ ਜਿਹੀਆਂ ਗੱਲਾਂ, ਦਿਲ ਨੂੰ ਟੁੰਬਣ ਵਾਲੀਆਂ ਆਪਾਂ ਕਰਦੇ ਰਵਾਂਗੇ। ਤੇ ਤੁਸੀਂ ਪੇਪਰ ਜ਼ਰੂਰ ਕਲੀਅਰ ਕਰਕੇ ਆਉਣਾ ਤੇ ਅਸੀਂ ਵਿਹਲੇ ਹੋਣਾ ਵਾ, ਜਿੱਤ ਕੇ ਵਿਹਲੇ ਹੋਣਾ, ਹਾਰ ਕੇ ਵਿਹਲੇ ਨਹੀਂ ਹੋਣਾ, ਠੀਕ ਹੈ। ਅੱਗੇ ਆ ਜਾਓ, ਕੋਈ ਗੱਲ ਨਹੀਂ, ਇੰਨੀਆਂ ਕੁ ਗੱਲਾਂ ਜ਼ਰੂਰੀ ਆ ਕਿਉਂਕਿ ਆਪਣਾ ਇੰਟਰਸਟ ਜਿਹਾ ਬਣਿਆ ਰਹਿੰਦਾ ਬੱਚਿਆਂ ਦਾ, ਹਨਾ। ਚਲੋ ਬਈ, ਉਸ ਤੋਂ ਨਗਰਾਂ ਦੀ ਵਿਸ਼ੇषता ਕੀ ਸੀ? ਇਹਨਾਂ ਹੜੱਪਾ ਦੇ ਨਗਰਾਂ ਦੀ ਵਿਸ਼ੇषता ਕੀ ਸੀ? कहते इन नगरों को हम 2 या उससे ज्यादा हिस्सों में बांट सकते हैं, ठीक है। नगर दुर्ग, ठीक है, नगर दुर्ग यह पश्चिम भाग था और ऊंचाई पर स्थित था। यहाँ अपेक्षाकृत मतलब कि नगर दुर्ग की आ, कहते भी पश्चिमी भाग सी, नगर दुर्ग की आ पश्चिमी भाग सी ਤੇ ਇਹ ਉਚਾਈ ਤੇ ਸਥਿਤ ਸੀ, ਠੀਕ ਹੈ। ਉਚਾਈ ਤੇ ਸਥਿਤ ਸੀ ਤਾਂ ਜਿਹੜਾ ਇਹਦੇ ਤੋਂ ਆਪੋਜ਼ਿਟ ਸੀ ਪੂਰਬ ਵਾਲਾ, ਉਹ ਇਹਦੇ ਮੁਕਾਬਲੇ ਕੀ ਸੀ? ਛੋਟਾ ਸੀ। ਮਤਲਬ ਨਗਰ ਦੁਰਗ ਦੇ ਵਿੱਚ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਕਿੱਦਾਂ ਡਿਵਾਈਡੇਸ਼ਨ ਕੀਤੀ ਜਾਂਦੀ ਸੀ, ਇੱਕ ਉੱਪਰਲਾ ਭਾਗ, ਇੱਕ ਹੇਠਾਂ ਵਾਲਾ ਭਾਗ, ਇਸ ਤਰੀਕੇ निचला भाग नगर पे आजू आ देखो, यह पूर्वी भाग था, यह निचले हिस्से में था, यह सबसे बड़ा भाग था। अच्छा, ਜਿਹੜਾ ਉਚਾਈ ਵਾਲਾ ਉਹ ਛੋਟਾ ਸੀ, ਜਿਹੜਾ ਹੇਠਾਂ ਵਾਲਾ ਉਹ ਵੱਡਾ ਸੀ, ਤੇ ਇਸੇ ਨੂੰ ਹੀ ਅਸੀਂ ਨਗਰ ਦੁਰਗ ਵੀ ਕਹਿ ਦਿੰਦੇ ਆ। ਧਿਆਨ ਦੇ ਵਿੱਚ ਰੱਖਿਓ, ਮੋਸਟ ਇੰਪੋਰਟੈਂਟ, ਨਗਰ ਦੁਰਗ ਜਿਹੜਾ ਵੀ ਸਭ ਤੋਂ ਉਚਾਈ ਤੇ ਸੀ ਪਰ ਛੋਟਾ ਸੀ। ਜਦੋਂ ਅਸੀਂ ਪੂਰਬੀ ਭਾਗ ਦੀ ਗੱਲ ਕਰਦੇ ਆ ਤਾਂ ਉਹ ਵੱਡਾ ਸੀ, ਕਿਹਦੇ ਨਾਲੋਂ? ਪੱਛਮੀ ਭਾਗ ਦੇ ਨਾਲੋਂ। क्लियर। दोनों हिस्सों की 4 दीवारी पक्की ईंट से बनाई गई थी। क्लियर। ਤੇ ਉਸ ਤੋਂ ਬਾਅਦ ਅੱਗੇ ਆ ਜਾਓ,
ਮਹੰਜੋਦੜੋ ਕੀ ਕਹਾਣੀ, ਠੀਕ ਹੈ। ਵੈਸੇ ਨਾ ਮੈਂ ਤੈਨੂੰ ਹੜੱਪਾ ਇਹ ਵੈਸੇ ਇੱਥੇ ਸ਼ਾਰਟ ਦੇ ਵਿੱਚ ਆ, ਤਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਨੋਟਸ ਜਿਹੜੇ ਉਹ ਦਿੱਤੇ ਹੋਏ ਆ, ਡਿਟੇਲ ਦੇ ਵਿੱਚ ਨੋਟਸ ਦਿੱਤੇ ਹੋਏ ਆ। ਹੜੱਪਾ ਦੇ ਸ਼ਹਿਰ, ਲੋਥਲ, ਕਾਲੀ ਬੰਗਾ, ਉਹ ਸਾਰੀ ਡਿਟੇਲ ਮੈਂ ਐਪ ਵਾਲੇ ਬੱਚਿਆਂ ਨੂੰ ਦਿੱਤੀ ਹੋਈ ਆ ਨੋਟਸ, ਠੀਕ ਆ। ਉੱਥੋਂ ਜ਼ਰੂਰ ਪੜ੍ਹ ਲਿਓ। ਅੱਜ ਆਹ ਵਾਲੀ ਕਲਾਸ ਲਾ ਕੇ ਤਾਂ ਉੱਥੇ ਪੰਜਾਬੀ ਵਾਲੇ ਨੋਟਸ ਬਰੀਕੀ ਦੇ ਨਾਲ ਪੜ੍ਹ ਲਿਓ, ਤੁਹਾਨੂੰ ਯਾਦ ਹੋ ਜਾਊਗਾ, ਠੀਕ ਆ। ਉਸ ਤੋਂ बाद आ जाओ महंजोदड़ो दी कहानी। देखो जी, इस नगर में विशाल स्नान घर मिला। यहाँ स्नान घर ईंट व प्लास्टर से बनाया गया था। इसमें पानी का रिसाव रोकने के लिए प्लास्टर के ऊपर चकोल की परत चढ़ाई गई थी। अंडरलाइन कर लो, बहुत ज्यादा इंपॉर्टेंट है। जेकर कुछ ये गल तां पुरानी होगी भी इशनान घर कित्थों मिले, आंसर आउंदा हुंदा सी महंजोदड़ो तो, पर राजे ਇਹੋ ਜਿਹਾ ਕੰਟੈਂਟ ਨਹੀਂ ਪੁੱਛਿਆ ਜਾਂਦਾ। ਹੁਣ ਤੁਹਾਨੂੰ ਇਹ ਪੁੱਛਣਗੇ ਕਿ ਇਸ਼ਨਾਨ ਘਰ ਸਾਨੂੰ, ਹਾਂ ਠੀਕ ਆ, ਮਹੰਜੋਦੜੋ ਤੋਂ ਸਾਨੂੰ ਇਸ਼ਨਾਨ ਘਰ ਮਿਲੇ, ਪਰ ਪੱਕੀਆਂ ਇੱਟਾਂ ਦੇ ਮਿਲੇ ਤੇ ਪਲਸਤਰ ਹੋਇਆ ਸੀ ਉਹਨਾਂ ਨੂੰ, ਪਲਸਤਰ ਜਿਹਨੂੰ ਆਪਾਂ ਕਹਿ ਦਿੰਦੇ ਆ, ਠੀਕ ਆ। ਤੇ ਇਸ ਪਲਸਤਰ ਦੇ ਉੱਪਰ ਚਕੋਲ ਦੀ ਪਰਤ ਚੜਾਈ ਗਈ ਸੀ, ਜਿਵੇਂ ਮੋਮ ਵਗੈਰਾ ਦੀ। ਕਹਿੰਦੇ ਇਸ ਸਰੋਵਰ ਕਾਹਦੇ ਵਾਸਤੇ? ਪਾਣੀ ਦਾ ਰਿਸਾਵ ਰੋਕਣ ਵਾਸਤੇ, ਵੀ ਪਾਣੀ ਰਿਸੇ ਨਾ ਉਹਦੇ ਕਰਕੇ ਪਲਸਤਰ ਦਿੱਤੇ ਉਹਨਾਂ ਨੇ, ਚਕੋਲ ਚੜਾਈ ਸੀ, ਮੋਮ ਵਰਗਾ ਕੋਈ ਪਦਾਰਥ ਹੁੰਦਾ, ਠੀਕ ਹੈ। ਕਹਿੰਦੇ ਇਸ ਸਰੋਵਰ में 2 तरफ से उतरने के लिए सीढ़ियां बनी थी। ਮੰਨ ਕੇ ਚਲੋ ਜਿੱਦਾਂ ਆ ਸਰੋਵਰ ਆ, ਇੱਕ ਪੌੜੀਆਂ ਇਧਰੋਂ ਉੱਤਰ ਰਹੀਆਂ ਏਦਾਂ, ਤੇ ਇੱਕ ਪੌੜੀਆਂ ਇਧਰੋਂ ਉੱਤਰ ਰਹੀਆਂ, ਠੀਕ ਆ। ਆ ਤੁਸੀਂ ਦੇਖ ਸਕਦੇ ਫੋਟੋ ਤੇ, ਠੀਕ ਆ। ਏਦਾਂ ਜਿਹੜੀਆਂ ਸੀ ਪੌੜੀਆਂ ਬਣਾਈਆਂ ਜਾਂਦੀਆਂ ਸੀ। ਕਹਿੰਦੇ ਚਾਰੋਂ ਔਰ ਕਮਰੇ ਬਣਾਏ ਜਾਂਦੇ ਸੀ ਏਦਾਂ ਕਰਕੇ, ਇੱਥੇ ਕਮਰਾ, ਇੱਥੇ ਕਮਰਾ, ਇੱਥੇ ਕਮਰਾ, ਇੱਥੇ ਕਮਰਾ ਤੇ ਇੱਥੇ ਇਸ਼ਨਾਨ ਘਰ, ਏਦਾਂ, ठीक है। कहते काली बंगा और लोथल में अगली कुंड मिले। मोस्ट इंपॉर्टेंट लाइन, मोस्ट इंपॉर्टेंट, ठीक है। अगली कुंड कित्थों मिले? हेठा लिखे 2 शहरां दी पहचान करो जित्थों अगली कुंड मिले। उत्थे लिखिया होगा काली बंगा, लोथल, हड़प्पा, महंजोदड़ो, इदां करके। तां तुसीं किहड़ी ऑप्शन नूं फड़ना वा? काली बंगा ते लोथल तो सानू अगनी कुंड मिले आ। जेकर पूछा जाए कि भंडार घर सानू कित्थों मिले आ? भंडार घर सानू हड़प्पा ते महंजोदड़ो तो मिले आ, ठीक है। कित्थों मिले आ? वो सानू महंजोदड़ो तो ते हड़प्पा तो मिले आ, ठीक है जी। ये तुहानू मैं सुपरफास्ट रिविजन करवा रही हाँ, ते इस करके क्लास तो बाद तुसीं जिहड़े तुहानू मैं पंजाबी वाले नोट्स दिते, जिहड़े पेड बच्चे आ, उत्थे जाके डिटेल जरूर पढ़ लिओ। वो डिटेल NCERT तो ही आ, ठीक है जी। उस तो बाद अगे आ जाओ, ਅੱਗੇ ਆ ਜਾਓ पेज नंबर 9 ਤੇ, ठीक है जी। ਅੱਗੇ ਆ ਜਾਓ ਭਵਨ, ਨਾਲੇ ਔਰ ਸੜकें, ठीक है। ਇਹ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਬਈ, ਇਹੋ ਜਿਹੀਆਂ ਚੀਜ਼ਾਂ, ਮਤਲਬ ਪਤਾ ਕੀ ਆ, ਮੈਂ ਇੰਪੋਰਟੈਂਟ ਡਾਟਾ, ਵੈਸੇ ਜੇਕਰ ਆਪਾਂ ਗੱਲ ਕਰੀਏ ਹੜੱਪਾ ਸਿੰਧਾ, ਇਹ ਇੰਡਸ ਵੈਲੀ ਸਿਵਲਾਈਜੇਸ਼ਨ ਦੀ, ਤਾਂ ਇਹਦੇ ਵਿੱਚ ਬਹੁਤ ਚੀਜ਼ਾਂ ਬੜੀਆਂ, ਫਲਾਣੀ ਚੀਜ਼ ਇੱਥੋਂ ਮਿਲੀ, ਇੱਥੋਂ ਆ ਮਿਲਿਆ, ਉਹ ਮਿਲਿਆ, ਬਹੁਤ ਕੁਝ ਆ, ਹੈ ਨਾ। ਨਰਤਕੀ ਦੀ ਮੂਰਤੀ ਹੋ ਗਿਆ, ਉਹ ਤੇ ਚੱਲ ਇੰਪੋਰਟੈਂਟ ਆ। ਪਰ ਜੇਕਰ ਬੱਚੇ ਇਹ ਸਵਾਲ ਕਰਨ ਵੀ ਹੁਣ ਇੰਨਾ ਟਾਈਮ ਨਹੀਂ ਆ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਜ਼ਿਆਦਾਤਰ ਪੁੱਛੀਆਂ ਜਾ ਸਕਦੀਆਂ, ਤਾਂ ਉਹ ਇਹੀ ਆ ਜਿਹੜੀਆਂ ਮੈਂ ਤੁਹਾਨੂੰ ਸ਼ਾਰਟ ਫਾਰਮ ਦੇ ਵਿੱਚ ਰਿਵੀਜ਼ਨ ਕਰਵਾ ਰਹੀ ਹਾਂ, ਠੀਕ ਆ। ਤੇ ਭਵਨ, ਨਾਲਿਆਂ ਦੀ ਤੇ ਸੜਕਾਂ, ਨਾਲੀਆਂ ਦੀ ਤੇ ਸੜਕਾਂ ਤੇ ਆ ਜਾਓ। कहते इस नगर के घर आमतौर पर 1 या 2 मंजिले होते थे। घर के आंगन के चारों ओर कमरे बनाए जाते थे। अधिकांश घरों में एक अलग स्नान घर होता था और कुछ घरों में कुएं भी होते थे। खूह, कई नगरों में ढके हुए नाले थे। जल निकासी प्रणाली काफी विकसित थी। बस ਇਹਦੇ ਤੋਂ ਕੀ याद रखना, हाईलाइट कर लो, आही लाइन याद रखनी आ, आही लाइन याद रखनी आ कि इत्थों की जिहड़ी जल निकासी प्रक्रिया सी वो बहुत ज़्यादा विकास, बहुत ज़्यादा, वेखो उदों कोई मॉडर्न टैक्नोलॉजी नहीं सी आई, पर जेकर अज उन्हां समयां वांग नालियां बनाईयां जाण ते साडे पिंडां विच गंद ही ना पवे। ते ओह बीबियां जदों पिंड एंटर करीदा ते उन्हां ने ओह नालियां दे विच झाड़ू ला के ओह गारा गूरा सारा बाहर कढिया हुंदा वा, ओह गड्डियां नूं टायरां नूं लग जांदा, मोटरसाइकलां दे टायरां नूं लग जांदा, ते स्कूल जांदे बच्चों के पैरों में लग जाता, शूज जिहड़े वो खराब कर लैंदे आ। पर उदों
ਜਦੋਂ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰਦੇ ਆ ਨਾ, ਤਾਂ ਉਦੋਂ ਜਿਹੜੀ ਜਲ ਨਿਕਾਸੀ ਪ੍ਰਣਾਲੀ ਹੀ ਧਰਤੀ ਦੇ ਹੇਠਾਂ ਹੀ ਨਾਲੀਆਂ ਬਣਾਈਆਂ ਸੀ। ਮਤਲਬ ਅੱਜ ਦੀ ਜੇਕਰ ਇਹ ਵਾਲੇ ਸਿਸਟਮ ਦੀ ਗੱਲ ਕਰੀਏ ਨਾ, ਤੇ ਇਹ ਸਿਸਟਮ ਅੱਜ ਕੱਲ ਸਾਡੀਆਂ ਅਮਰੀਕਾ, ਆਸਟ੍ਰੇਲੀਆ ਵਰਗੀਆਂ ਕੰਟਰੀਆਂ 'ਚ ਆ। ਤੁਸੀਂ ਬਾਹਰ ਨਿਕਲੋ ਸੜਕਾਂ ਤੇ, ਕਿਤੇ ਵੀ ਤੁਹਾਨੂੰ ਬਾਹਰ ਉਹਨਾਂ ਦੀ ਕੋਈ ਨਾਲੀ ਦਿਸੂਗੀ? ਨਹੀਂ ਦਿਸੂਗੀ। ਜ਼ਮੀਨ ਦੇ ਹੇਠਾਂ ਬਣਾਈਆਂ ਉਹਨਾਂ ਨੇ। ਤਾਂ ਵੇਖੋ ਸਾਡੇ ਇੱਧਰੋਂ ਅਵਸ਼ੇਸ਼ ਲੈ ਕੇ ਉਹ ਦੂਜੀਆਂ ਕੰਟਰੀਆਂ ਕਿੰਨੀਆਂ ਡਿਵੈਲਪ ਹੋ ਗਈਆਂ। ਤਾਂ ਸਾਡੇ ਭਾਰਤ ਦੇ ਜਿਹੜੇ ਮੇਨ, ਜਿਹਦਾ ਇਹ ਚੀਜ਼ਾਂ, ਜਿਹੜਾ ਭਾਰਤ ਦਾ ਇਤਿਹਾਸ ਹੈ, ਇਹ ਚੀਜ਼ਾਂ ਭਾਰਤ ਦਾ, ਉਹਨਾਂ ਨੇ ਕੀਤਾ ਹੀ ਕੱਖ ਨਹੀਂ। ਮੈਂ ਚਾਹੁੰਦੀ ਹਾਂ ਵੀ ਕੀ ਕਹਿੰਦੀ ਆ ਵੀ ਇਹੋ ਜਿਹਾ ਪ੍ਰਬੰਧ ਜੇਕਰ ਅੱਜ ਹੋਵੇ ਤੇ ਪੰਜਾਬ ਸਵਰਗ ਨਾ ਬਣ ਜੇ, ਪਰ नहीं करना किसी ने, ये नहीं करना। ठीक है, नाले और सड़कों का निर्माण योजनाबद्ध तरीके से किया गया था। ठीक है जी, हसदे कई तो हसदे होणगे है ना मेरिया गल्लां सुन के, कि नहीं? हसिया ना करो। ते मेरा समझाउण दा तरीका ही इदां दा हुंदा वा कि तुसीं बोर ना होवो ते तुहानूं समझ भी जिहड़ी आ ਉਹ आसानी दे नाल लगदी जावे। नगरीय जीवन त्याजो, कहते हड़प्पा के नगरों में बड़ी हलचल रहा करती होगी। नगरों में लोग निर्माण कार्य में संलग्न थे। संलग्न मतलब रुझे रहंदे सी। तथा यहाँ पर धातु बहुमूल्य पत्थर, मन के सोने चांदी के बने आभूषण प्राप्त हुए हैं। कहते लिपिक मतलब कुछ लोग मोहरों पर लिखते थे। मोस्ट इंपॉर्टेंट आ वाला शब्द लिपिक असीं किहनूं कहने आ? पेपर दे विच आ शब्द जरूर पूछा जाऊगा। लिपिक, लिपिक है मोहरां उत्ते लिखण वाले लोग, पत्थरां उत्ते लिखण वाले लोग, लकड़ियां उत्ते लिखण वाले लोग। आंसर की आऊगा? मोहरां उत्ते लिखण वाले लोग, ओनू असीं लिपिक कहने आ। कुछ लोग शिल्पकार थे। तांबे और कांसे औजार, हथियार बने बर्तन बनाए जाते थे। चांदी और सोने गहने एवं बर्तन, बांट चाट पत्थर, मनके, कार्निलियन पत्थर। हड़प्पा में लोग पत्थर की मोहरें बनाते थे। एक तां आ वाला पॉइंट, ਇਹਦੇ ਵਿੱਚ ਆ ਵਾਲੀ ਪੁਆਇੰਟ ਜਿੱਦਾਂ ਮੈਂ ਉੱਪਰ ਤੁਹਾਨੂੰ ਮੈਂ ਜਲ ਨਿਕਾਸੀ ਪ੍ਰਣਾਲੀ ਹਾਈਲਾਈਟ ਕਰਾਈ, ਇੱਥੇ ਲਿਪਿਕ ਮੋਹਰਾਂ ਵਾਲੀ ਲਾਈਨ ਹਾਈਲਾਈਟ ਕਰ ਲਓ, ਤਾਂ ਦੂਜੀ ਲਾਈਨ ਹਾਈਲਾਈਟ ਕਰ ਲਓ ਹੜੱਪਾ ਦੇ ਲੋਕ ਕਿਹੜੇ ਪੱਥਰ ਦੀਆਂ, ਹੜੱਪਾ ਦੇ ਲੋਕ ਮੋਹਰਾਂ ਕਾਹਦੀਆਂ ਬਣਾਉਂਦੇ ਸੀ? ਤਾਂ ਆਂਸਰ ਆਊਗਾ ਪੱਥਰ ਦੀਆਂ। ਕਾਹਦੀਆਂ ਮੋਹਰਾਂ ਬਣਾਉਂਦੇ ਸੀ? ਪੱਥਰ ਦੀਆਂ ਮੋਹਰਾਂ ਬਣਾਉਂਦੇ ਸੀ ਹੜੱਪਾ ਦੇ ਲੋਕ। ਇਹ 2 ਪੁਆਇੰਟ ਇੱਥੋਂ ਜਿਹੜੇ ਤੁਸੀਂ ਧਿਆਨ ਦੇ ਵਿੱਚ ਰੱਖ ਲਓ। ਠੀਕ ਹੈ, ਹੈਗਾ ਬਈ, ਅੱਗੇ ਵੀ ਹੈਗਾ। ਫਾਈਨਾਂਸ ਬਹੁਤ ਜ਼ਿਆਦਾ ਇੰਪੋਰਟੈਂਟ ਬਈ, ਬਹੁਤ ਜ਼ਿਆਦਾ। ਫਾਈਨਾਂਸ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਹਨੂੰ ਤੇ ਤੁਸੀਂ ਬਹੁਤ ਜ਼ਿਆਦਾ कह लो भी सुपर हाईलाइटेड पॉइंट ऑफ फाइनेंस की सी? बालू या स्फटिक पत्थरों के चूर्ण को गोंद में मिलाकर तैयार किया गया पदार्थ। मैं समझानी है की सी, मतलब कि सॉफ्ट पत्थर होंगे, सॉफ्ट पत्थर, सॉफ्ट जिहा पत्थर होना, ਉਹਨੂੰ पीस के ਉਹਦਾ चूर्ण बना लेना, चूर्ण बना लेना। फिर ਉਹਨੂੰ ਕਿਸੇ ਪਦਾਰਥ ਦੇ ਵਿੱਚ ਆਟੇ ਵਾਂਗੂ ਗੁੰਨ ਲਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਉਹਦੇ ਤੋਂ ਇੱਕ ਪਦਾਰਥ ਜਿਹੜਾ ਤਿਆਰ ਕਰ ਲਿਆ ਜਾਂਦਾ ਸੀ। ਯਾਰ ਆ ਬੱਚੇ ਖੇਡਦੇ ਹੁੰਦੇ ਆ ਇਦਾਂ ਜੇ, ਕੀ ਉਹਨੂੰ ਕਹਿੰਦੇ ਆ? ਕਲੇ ਨਹੀਂ ਬਣਾਉਂਦੇ ਬੱਚੇ ਕਲੇ ਤੋਂ, ਹਨਾ? ਸਕੂਲਾਂ ਵਾਲੇ ਬੱਚੇ ਕਲੇ ਲੈ ਕੇ ਆਉਂਦੇ ਨੇ, ਘਰਾਂ ਦੇ ਵਿੱਚ ਸਾਡੇ ਬੱਚੇ ਕਲੇ ਨਾਲ ਖੇਡਦੇ ਆ। ਠੀਕ ਆ, ਉਹ ਇਦਾਂ ਮਤਲਬ ਕੋਈ ਸੌਫਟ ਪੱਥਰ ਹੁੰਦਾ ਸੀ ਤਾਂ ਉਹਨੂੰ ਪੀਸ ਕੇ ਪਹਿਲਾਂ ਚੂਰਨ ਬਣਾਇਆ ਜਾਂਦਾ ਸੀ ਤੇ ਉਸ ਚੂਰਨ ਨੂੰ ਗੁੰਨ ਲਿਆ ਜਾਂਦਾ ਸੀ ਜਿੱਦਾਂ ਆਪਾਂ ਆਟਾ ਗੁੰਨਦੇ ਆ, ਉੱਦਾਂ ਕਰਕੇ ਉਹ ਮੂਰਤੀਆਂ ਜਿਹੜੀਆਂ ਸੀ ਇਦਾਂ ਹੱਥਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਸੀ। ਇਹ ਉਦਾਹਰਨ ਆ ਫਾਇਆਂਸ ਦੀ। ਇਹਨਾਂ ਨੂੰ ਅਸੀਂ ਫਾਇਆਂਸ ਵਾਲੀਆਂ ਮੂਰਤੀਆਂ ਵੀ ਕਹਿੰਦੇ ਆ। ਕੀ ਕਹਿੰਦੇ ਆ? ਇਹਨਾਂ ਨੂੰ ਅਸੀਂ ਫਾਇਆਂਸ ਵਾਲੀਆਂ ਮੂਰਤੀਆਂ ਵੀ ਕਹਿੰਦੇ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਕੱਚਾ माल। कहते जो प्राकृतिक रूप से मिलते हैं या फिर किसान या पशुपालक उनका उत्पादन करते हैं, ਉਹਨੂੰ ਅਸੀਂ ਕੱਚਾ ਮਾਲ ਕਹਿ ਦਿੰਦੇ ਆ। ਠੀਕ ਆ। मेहरगढ़ 7000 साल पहले कपास की खेती होती थी। मोस्ट इंपॉर्टेंट पॉइंट इथों एक ਤਾਂ ਫਾਇਆਂਸ ਵਾਲਾ ਪੁਆਇੰਟ ਸਾਰਾ ਹੀ ਇੰਪੋਰਟੈਂਟ ਸੀ। ਕੱਚੇ ਮਾਲ ਦੇ ਵਿੱਚੋਂ ਪੁੱਛਿਆ ਜਾ ਸਕਦਾ ਵਾ ਕਪਾਹ ਦੀ ਖੇਤੀ ਦੇ ਅਵਸ਼ੇਸ਼ मेहरगढ़ ਤੋਂ ਕਿੰਨੇ ਸਾਲ ਪਹਿਲਾਂ ਮਿਲੇ? 7000 ਸਾਲ ਪਹਿਲਾਂ। ਜਾਂ ਕਪਾਹ ਦੀ ਖੇਤੀ ਦੇ ਅਵਸ਼ੇਸ਼ ਕਿੱਥੋਂ ਮਿਲੇ? ਜਾਂ ਕਪਾਹ ਦੀ ਖੇਤੀ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ? ਤਾਂ ਆਂਸਰ ਆਊਗਾ मेहरगढ़ पाकिस्तान ਤੋਂ
7000 ਸਾਲ ਪਹਿਲਾਂ। ਕਲੀਅਰ ਜੀ। ਉਸ ਤੋਂ ਬਾਅਦ ਅੱਗੇ ਆ ਜਾਓ, ਨਗਰੀਏ ਜੀਵਨ, ਕੱਚੇ ਮਾਲ ਕਾ ਆयात। ਵੇਖੋ ਜੀ, ਉਦੋਂ ਵੀ ਲੋਕੀ ਵਪਾਰ ਕਰਦੇ ਸੀ। ਤਾਂਬਾ ਰਾਜਸਥਾਨ ਔਰ ओमान, सोना कर्नाटक, टिन ईरान, बलूमुले पत्थर गुजरात। ठीक है, तांबे ਦਾ ਆयात ਰਾਜਸਥਾਨ ਕਰਦਾ ਸੀ ਤੇ ओमान ਕਰਦਾ ਸੀ। ਸੋਨੇ ਦਾ ਆयात ਕਰਨਾਟਕ ਸਟੇਟ ਕਰਦੀ ਸੀ। ਟੀਨ ਦਾ ਆयात ईरान ਕਰਦਾ ਸੀ। ਬਹੁਮੁੱਲੀਏ ਮਤਲਬ ਕੀਮਤੀ ਪੱਥਰਾਂ ਦਾ ਆयात गुजरात स्टेट करती सी। गल क्लियर। भोजन, हड़प्पाई लोग जानवर पालते थे और अनाज उगाते थे। ठीक है, अगले पेज पे आ जाओ। ठीक है जी, अगला आ गया जी। ठीक है, ये वो पॉइंट, ये वो चीज़ां ने राजे जड़ियां बहुत ज़्यादा इंपॉर्टेंट ने। जेकर कोई पूछे कि हड़प्पा जां इंडस वैली सिविलाइजेशन चो इंपॉर्टेंट चीज़ां जड़ियां पेपर विच पुछियां जा सकदियां तां ओह ये ही आ। ते जे तुसीं पढ़ना डिटेल से पढ़ी जाओ, आपां तुहानूं कोई बंदिश नहीं लगाउंदे। ठीक है, जहाँ लोग गेहूं, जौ, दाल, मटर, धान, तिल और सरसों उगाते थे। जुताई के लिए हल का प्रयोग किया जाता था। सिंचाई के लिए जल संचय किया जाता होगा। हड़प्पा के लोग गायें, भैंस, भेड़, बकरियां पालते थे तथा बेर को इकट्ठा करना, मछलियां पकड़ना तथा हिरन जैसे जानवरों का शिकार करते थे। ठीक है, ਇਹਦੇ ਵਿੱਚੋਂ ਜਿਹੜਾ ਆਪਣਾ ਹਾਈਲਾਈਟਡ ਪੁਆਇੰਟ ਆ ਉਹ ਇਹ ਆ ਕਿ ਕਿਹੜੀਆਂ ਕਿਹੜੀਆਂ ਫਸਲਾਂ ਉਗਾਉਂਦੇ ਸੀ। ਕਣਕ, ਜੌਂ, ਦਾਲ, ਮਟਰ, ਤਿਲ ਤੇ ਸਰੋਂ, ਇਹਦੀ ਉਹ ਖੇਤੀ ਕਰਦੇ ਸੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਕਿਹੜੇ ਦੋ ਜਾਨਵਰਾਂ ਦਾ ਸ਼ਿਕਾਰ ਕਰਦੇ ਸੀ ਹੜੱਪਾ ਦੇ ਲੋਕ? ਹਿਰਨ ਤੇ ਮਛਲੀਆਂ ਫੜਦੇ ਸੀ। ਠੀਕ ਹੈ, ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ। ਭੇਡ, ਬੱਕਰੀ ਤੇ ਗਾਂ, ਇਹ ਚਾਰ ਜਾਨਵਰ ਜਿਹੜੇ ਸੀ ਇਹਨਾਂ ਨੂੰ ਉਹ ਪਾਲਦੇ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਓ ਧੌਲਾਵੀਰਾ। ਧੌਲਾਵੀਰਾ ਦੀ ਗੱਲ ਕਰਦੇ ਆ। गुजरात दे विच खद्दर बेट के किनारे बसा शहर धौलावीरा। इस नगर को 3 भागों में बांटा गया था। ठीक है, 3 हिस्सों दे विच वंडे हुए शहर की पहचान करो। आंसर आऊगा धौलावीरा, गुजरात। ठीक है, कहंदे हुण 3 हिस्सों दे विच है की सी? हर हिस्से के चारों ओर पत्थर की ऊंची दीवारें, इसमें बड़े बड़े प्रवेश द्वार थे। एक खुला मैदान था जिसमें सार्वजनिक कार्यक्रम आयोजन, मतलब सरकारी काम ਜਿਹੜੇ ਸੀ ਉੱਥੇ ਕੀਤੇ ਜਾਂਦੇ ਸੀ। ਇੱਕ ਵੱਡਾ ਜਿਹਾ ਪ੍ਰਵੇਸ਼ ਦੁਆਰ ਬਣਾਇਆ ਜਾਂਦਾ ਸੀ ਤੇ ਉਹਦੇ ਵਿੱਚ ਇੱਕ ਖੁੱਲਾ ਮੈਦਾਨ ਬਣਾਇਆ ਜਾਂਦਾ ਸੀ। ਉੱਥੇ ਉਹ ਸਰਕਾਰੀ ਕੰਮ ਜਿਹੜੇ ਸੀ ਉਹ ਆਯੋਜਿਤ ਕਰ ਲੈਂਦੇ ਸੀ। ਕਹਿੰਦੇ ਅੰਦਾਜ਼ਾ ਲਾਇਆ ਉਹਨਾਂ ਨੇ ਵੀ ਸਰਵਜਨਕ ਕੰਮ ਕਰ ਲਏ ਜਾਂਦੇ ਹੋਣਗੇ, ਪੱਕਾ ਨਹੀਂ। ਉਹਨਾਂ ਨੇ ਸਿਰਫ ਇਤਿਹਾਸਕਾਰਾਂ ਨੇ ਆਪਣਾ ਅੰਦਾਜ਼ਾ ਹੀ ਲਗਾਇਆ। कहते इस स्थान पर हड़प्पा लिपि के बड़े बड़े अक्षर को पत्थर में खुदा पाया गया है। ठीक है, धौलावीरा दी मोस्ट इंपॉर्टेंट जिहड़ी सुपर हाईलाइटेड गल आ वो ये है जी, लिख लो, हाईलाइट कर लो। गुजरात दे धौलावीरा तो हड़प्पा दी लिपि जिहड़ी आ वो पत्थरां ते वड्डे वड्डे अखरां दे विच लिखी होई मिली आ। ठीक है, मोस्ट इंपॉर्टेंट इस चीज़ नूं ध्यान दे विच रखियो। लोथल ते आ जाओ। लोथल अरे खंबात दी खाड़ी ते मिलण वाला साबरमती नदी दे किनारे वसिया लोथल शहर, ये भी गुजरात दा ही आ। ठीक है, गुजरात महात्मा गांधी ते गुजरात दी स्टेट, गुजरात दा शहर लोथल। साबरमती दा संबंध महात्मा गांधी दे नाल भी हैगा। साबरमती आश्रम याद है ना, पढ़ाया सी मॉडर्न हिस्ट्री दे विच। यहाँ शंख, मोहरे, मुद्रांकन या मोहरबंदी भंडार मिले। मोस्ट इंपॉर्टेंट शंख, मोहरे, मुद्रांकन, मोहरबंदी दे भंडार कित्थों मिले? वो कित्थों मिले जी? लोथल तो मिले। ठीक है जी। उस तो बाद कहंदे ये वाली सभ्यता दा अंत होया, इंडस वैली सिविलाइजेशन खत्म हो गई। ठीक है, तां इहदा कारण इतिहासकारां ने की किया? कहंदे पक्के तौर से कारण नहीं कहे, उन्होंने अपने अंदाजे जिहड़े लाए। कहंदे जां तां नदियां सुक गईयां होणगीਆਂ, क्योंकि नदियां दे किनारे वसदे सी। पानी भी तो हर इंसान की जरूरत है ना। नदियां दे किनारे वसे सी ते अचानक ये सभ्यता खत्म हुई तां इतिहासकार कहंदे हो सकदा नदियां सुक गईयां होण, हो सकदा जंगलां दा विनाश हो गया होवे क्योंकि उन्हां दा जीवन ही जंगलां ते डिपेंड सी। बाड़ आ गई होवे, हो सकदा हड़ आ गए होण। ठीक है, हो सकदा भी चारां गावां खत्म हो गईयां होण क्योंकि उन्हां दे जिहड़े जानवर सी उन्हां नूं पालण दे लई थावां ना बचीआं होण।
शासकों का नियंत्रण समाप्त हो गया, ਜਿਹੜੇ ਛੋਟੇ ਛੋਟੇ ਰਾਜੇ ਸੀ ਉਹਨਾਂ ਦਾ ਨਿयंत्रण ਜਿਹੜਾ ਉਹ ਖਤਮ ਹੋ ਗਿਆ ਹੋਊਗਾ। ਸੋ ਇਹ ਜਿਹੜੇ ਕਾਰਨ ਨੇ ਕੁਛ ਸਾਰੇ ਇਹ ਮੰਨਦੇ ਨੇ ਸਾਡੇ ਇਤਿਹਾਸਕਾਰ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਜਿਹੜੀ ਖਤਮ ਹੋਈ ਆ ਉਸ ਚੀਜ਼ ਦੇ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਦੇਖ ਲਈਏ, ਹੇਠਾਂ ਤੇ ਨਹੀਂ ਕੁਛ ਹੈਗਾ, ਇੱਥੇ ਆ ਜਾਓ ਸਾਈਡ ਤੇ। ਕੁਝ ਮਹੱਤਵਪੂਰਨ ਤਿਥੀਆਂ, ਠੀਕ ਹੈ। ਮੇਹਰਗੜ੍ਹ ਤੋਂ ਕਪਾਹ ਦੀ ਖੇਤੀ ਦੇ स्रोत कितने साल पहला मिले? 7000 साल पहला। नगरों का आरंभ कदों होया? लगभग 4700 साल पहला। हड़प्पा के नगरों के अंत की शुरुआत कदों हुई? 3900 साल पहला। ठीक है। उस तो बाद अन्य नगरों का विकास कब हुआ? 2500 साल पहले। ठीक है। ये महत्वपूर्ण तिथियां, इन्हें याद रखें। ठीक है जी। उस तो बाद आपां जाने अगले नैक्सट पेज से इस चैप्टर का लास्ट। ठीक है। इतने आ जाओ। कहते नील नदी के आस पास वाले इलाकों को छोड़कर मिस्र का अधिकांश भाग रेगिस्तान है। मोस्ट इंपॉर्टेंट। ठीक है। नील नदी के आस पास का जिहड़ा इलाका वो किहदा है जी? मिस्र दा वा। ते ज़्यादातर मिस्र का जिहड़ा भाग आ वो की आ? रेगिस्तान आ। कहते लगभग 5000 साल पहला मिस्र में शासन करने वाले राजाओं ने सोना, चांदी, हाथी दंद, लकड़ी और हीरे जवाहरात लाने के लिए अपनी सेनाएं दूर दूर तक भेजी। पूरी कहानी समझ लो। कित्थों दे लोकां ने? मिस्र दे राजियां ने किहड़ियां-किहड़ियां चीज़ां लैण दे वास्ते? सोना, चांदी, हाथी दंद, लकड़ी, हीरे जवाहरात लैण दे लई अपणियां सेनावां दूर दूर भेजियां। कहते उन्हें बड़े बड़े मकबरे बनवाए जिन्हें पिरामिड के नाम से जाना जाता था। जे आ पॉइंट औखा लगदा ना, ते जे आ पॉइंट तुहानूं पेपर दे विच ना आवे, क्यों कह रही मैं इदां? राजे आ वाला पॉइंट 99% इंपॉर्टेंट आ। ये सानू पेपर दे विच पुछया जा सकदा। पिरामिड की ध्यान दे नाल पूरी कहानी नूं समझ लो। ठीक है। ते जदों इहो जिहियां चीज़ां लैण दे लई राजे दूर दूर अपणियां सेनावां भेजदे सी तां ओह की करदे सी? कहंदे ध्यान दे नाल आपां पूरा पढ़दे हां। कहंदे उन्हें बड़े बड़े मकबरे बनवाने जिन्हें पिरामिड के नाम से जाना जाता था। राजाओं के मरने पर उनके शवों को उन्हीं पिरामिडों में दफनाकर सुरक्षित रखा जाता था। इन शवों को ममी कहा जाता था। मोस्ट इंपॉर्टेंट। पिरामिड पता की हुंदे सी? आ वाले, क्योंकि दूर दूर जाते सी सोना लैण दे लई, चांदी लैण दे लई, ते उन्हां नूं रस्ते दे विच लुटेरे वगैरह ना पैण ते ओह इदां एक पिरामिड बना लैंदे सी। तां इत्थे ही ओह जिहड़ियां चीज़ां लिआउंदे सी उन्हां नूं नाल ही इत्थे रख लैंदे सी। जे किसे ते उस तो बाद जदों ये सेनावां जां जदों ये राजे मरे तां इत्थे ही इन्हां दीयां जिहड़ियां देहां ही ओह नाल ही इत्थे दबा दित्तियां गईयां। तां इन्हां नूं असीं की कहने आ? इन्हां नूं असीं मम्मी कहने आ। इहदी उदाहरण की आ? मम्मी। मम्मी नहीं, मम्मी। ठीक है। मम्मी। इन्हां नूं असीं की कह दिंने आ? मम्मी। ठीक है। मम्मी नहीं बोलना, मम्मी। ठीक है। इस चीज़ नूं ध्यान दे विच रखियो, क्योंकि CTET दी SST दे विच इत्थों क्वेश्चन आ चुका बहुत बार ते सानू भी चांस हैगे आ। कहंदे उनके शवों के साथ और भी अनेक चीजें दफनाई जाती थी। डेड बॉडी दे नाल होर भी कई चीज़ां जिहड़ियां सी दफनाईयां जांदियां सी। इन्हें कहंदे कोई अपना की कहंदे हुंदे आ? खादरनीए, पे, वस्त्र, मतलब कोई खाण वालियां चीज़ां, पे कोई पीण वालियां चीज़ां, वस्त्र कोई पाउण वालियां चीज़ां, गहने बर्तन जां इंदियंत्र हथियार जिहड़े सी ओह जानवर, मतलब ऐदां दीयां चीज़ां जिहड़ियां सीगियां इहदे विच शामिल सीगियां। कुछ इदां दे उन्हां दे जंतर जिहड़े राजे वरतदे सी। ठीक है। कुछ इदां दे पदार्थ जिहड़े ओह खांदे सी, ऐदां दीयां चीज़ां जिहड़ियां सीगियां नाल दफनाईयां जांदियां सी। ठीक है। कभी कभी शव के साथ उनके सेवक और सेविकाओं को भी दफना दिया जाता था। कहते दुनिया के इतिहास में शवों को दफनाने की परंपरा को देखते हुए मिस्र में सबसे ज्यादा धन दौलत खर्च किया जाता था। ठीक है। जेकर असीं पूरे विश्व की गल करिए तां मतलब जिहड़े देशां दे विच डेड बॉडीज़ नूं दफनाया जांदा वा, ते जेकर ये पूछा जावे
ਕਿ ਕਿਹੜਾ ਇਦਾਂ ਦਾ ਦੇਸ਼ ਆ ਜਾਂ ਕਿਹੜੇ ਦੇਸ਼ ਦਾ ਇਦਾਂ ਦਾ ਇਤਿਹਾਸ ਆ ਜਿੱਥੇ ਡੈੱਡ ਬੋਡੀਜ਼ ਨੂੰ ਦਫਨਾਉਣ ਦੇ ਲਈ ਬਹੁਤ ਜ਼ਿਆਦਾ ਖਰਚ ਜਾਂ ਬਹੁਤ ਜ਼ਿਆਦਾ ਧਨ ਦੌਲਤ ਲਗਾਈ ਜਾਂਦੀ ਸੀ, ਤਾਂ ਆਨਸਰ ਆਊਗਾ ਮਿਸਰ। ਮਿਸਰ ਦਾ ਇਤਿਹਾਸ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੱਸਦਾ ਏ, ਠੀਕ ਆ। ਤੇ ਕਿਉਂਕਿ ਪਤਾ ਕੀ ਆ, ਮੈਂ ਦਿਨ ਰਾਤ ਹਿੰਦੀ ਨੂੰ ਟਰਾਂਸਲੇਟ ਕਰ ਰਹੀ ਹਾਂ, NCERT ਨੂੰ ਤੁਹਾਡੇ ਦੇ ਲਈ ਕੀਤਾ ਵੀ ਆ ਤੇ ਪੜ੍ਹਾ ਵੀ ਰਹੀ ਹਾਂ, ਤਾਂ ਬੋਲਦੇ ਬੋਲਦੇ ਹੋ ਜਾਂਦਾ ਕਈ ਵਾਰੀ ਨਾ ਮੇਰੇ ਕੋਲ ਸਪੈਲਿੰਗ ਜਿਹੜਾ ਵਾ ਨਹੀਂ ਕੈਚ ਕੀਤਾ ਜਾਂਦਾ, ਤੇ ਵਰੀ ਨਾ ਕਰਿਆ ਕਰੋ, ਠੀਕ ਹੈ, ਇਸ ਚੀਜ਼ ਨੂੰ। ਤੇ ਕੰਟੈਂਟ ਤੇ ਫੋਕਸ ਕਰਿਆ ਕਰੋ, ਠੀਕ ਆ। ਤਾਂ ਉਸ ਤੋਂ ਬਾਅਦ ਦੇਖ ਲਈਏ ਆਪਾਂ ਅੱਗੇ। ਹਾਂਜੀ, ਇਹਦੇ ਨਾਲ ਜਿਹੜਾ ਆਪਣਾ ਇਹ ਚੈਪਟਰ ਆ ਇੰਡਸ ਵੈਲੀ ਸਿਵਲਾਈਜੇਸ਼ਨ ਦਾ, ਇਹਦੀ ਸ਼ਾਰਟ ਰਿਵੀਜ਼ਨ ਜਿਹੜੀ ਆਪਾਂ ਸੁਪਰ ਫਾਸਟ ਰਿਵੀਜ਼ਨ ਆਪਾਂ ਕਰ ਲਈ ਆ। ਦੇਖੋ ਕਿੰਨੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੁੰਦੀਆਂ। ਤੇ ਅਗਲਾ ਚੈਪਟਰ ਜਿਹੜਾ ਸਾਡਾ ਹੈਗਾ ਜੀ, ਕਿਆ ਬਤਾਤੀ ਹੈ ਹਮੇ ਕਿਤਾਬें ਔਰ ਕਬरें, ਠੀਕ ਹੈ। ਇਹ ਚੈਪਟਰ ਆਪਾਂ ਅਗਲੀ ਕਲਾਸ ਦੇ ਵਿੱਚ ਕਰ ਲਾਂਗੇ। ਤੇ ਉਸ ਤੋਂ ਬਾਅਦ ਅਗਲਾ ਚੈਪਟਰ ਹੈਗਾ ਰਾਜ ਰਾਜਾ ਔਰ ਇੱਕ ਪ੍ਰਾਚੀਨ ਗਣਰਾਜ। ਆਪਾਂ ਦੋ ਦੋ ਚੈਪਟਰ ਕਰੀ ਜਾਂਦੇ ਆ, ਠੀਕ ਆ। ਤੇ ਜਿਵੇਂ ਅੱਜ ਆਪਾਂ ਕਰ ਲਏ 2 ਚੈਪਟਰ, ਠੀਕ ਆ, ਤੇ ਅਗਲੇ 2 ਚੈਪਟਰ ਕਰਾਂਗੇ ਆਪਾਂ ਅਗਲੇ ਦਿਨ, ਕੱਲ ਨੂੰ, ਠੀਕ ਆ। ਤੇ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ, ਤਾਂ ਮਿਹਨਤ ਨੂੰ ਦੇਖਦਿਆਂ ਹੋਇਆਂ ਤੁਸੀਂ ਐਦਾਂ ਹੀ ਮੈਨੂੰ ਸਪੋਰਟ ਕਰਦੇ ਰਹੋ। ਜੇਕਰ ਮੈਨੂੰ ਸਪੋਰਟ ਨਾ ਮਿਲੀ ਤੇ ਮੈਂ ਕਲਾਸਾਂ ਕਰ ਦੇਣੀਆਂ ਵਾ ਬੰਦ, ਫਿਰ ਪੜ੍ਹੀ ਜਾਇਓ, ਨੋਟਸ ਨੂੰ ਘੋਟਾ ਲਾਈ ਜਾਇਓ, ਫਿਰ ਹੋਰ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ, ਠੀਕ ਆ। ਤੇ ਜਿਹੜੇ ਮੇਰੇ ਪੇਡ ਸਟੂਡੈਂਟ ਆ, ਜਿਨ੍ਹਾਂ ਨੇ ਮੇਰੇ ਪੇਡ ਨੋਟਸ ਖਰੀਦੇ ਹੋਏ ਆ, ਜਿਹੜੇ ਬੱਚੇ ਪੇਡ WhatsApp ਦਾ ਹਿੱਸਾ ਹੈਗੇ ਨੇ, ਉਹਨਾਂ ਲਈ ਇੱਕ ਦੀਵਾਲੀ ਆਫਰ ਆ। ਤੇ ਇਹ ਦੀਵਾਲੀ ਆਫਰ ਉਹਨਾਂ ਬੱਚਿਆਂ ਨੂੰ ਵੀ ਮਿਲ ਸਕਦੀ ਆ ਜਿਹੜੇ ਬੱਚੇ ਦੀਵਾਲੀ ਤੋਂ ਪਹਿਲਾਂ ਉਸ ਆਫਰ ਦਾ ਹਿੱਸਾ ਬਣਨਾ ਚਾਹੁੰਦੇ ਨੇ। ਤਾਂ ਐਂ ਕਹਿ ਲਓ ਵੀ ਤੁਹਾਡੇ ਲਈ ਸਰਪ੍ਰਾਈਜ਼ ਆ, ਤੇ ਉਹ ਸਰਪ੍ਰਾਈਜ਼ ਜਿਹੜਾ ਆ ਉਹ ਤੁਹਾਨੂੰ ਮਿਲ ਜੂਗਾ ਕੱਲ ਸ਼ਾਮ ਤੱਕ, ਠੀਕ ਆ। ਵੇਟ ਕਰ ਲਓ, ਕੱਲ ਸ਼ਾਮ ਤੱਕ ਮਿਲ ਜੂਗਾ ਤੁਹਾਨੂੰ, ਸਾਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਦੇ ਦਿੱਤੀ ਜਾਊਗੀ, ਠੀਕ ਆ, ਇੱਕ ਵੀਡੀਓ ਦੇ ਜ਼ਰੀਏ, ਠੀਕ ਆ। ਮਿਲਦੇ ਫਿਰ ਆਪਾਂ ਅਗਲੀ ਕਲਾਸ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਪੋਰਟ ਜਿਹੜੀ ਨੇ ਉਹ ਕਰਦੇ ਰਿਹਾ ਕਰੋ।